ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ, ਬਟ ਮੈਨੂੰ ਕਹਿਣਾ ਪੈਂਦਾ YouTube ਦੇ ਐਲਗੋਰਿਥਮ ਨੂੰ ਖੁਸ਼ ਰੱਖਣ ਵਾਸਤੇ। ਅਤੇ ਐਕਚੁਅਲੀ YouTube ਤੁਹਾਨੂੰ ਇਨਕਰੇਜ ਵੀ ਕਰਦਾ ਕਿ ਜਿੰਨੀ ਵਾਰੀ ਵੀ ਤੁਸੀਂ ਵੀਡੀਓ ਬਣਾਉਂਦੇ ਹੋ ਨਾ, ਐਂਡ 'ਚ ਇਹ ਚੀਜ਼ ਜ਼ਰੂਰ ਕਿਹਾ ਕਰੋ ਤਾਂ ਕਿ ਲੋਕ ਸੁਣਨ ਅਤੇ ਤੁਹਾਡੀ ਵੀਡੀਓ ਨੂੰ ਲਾਈਕ ਕਰਨ। ਬਟ ਬਹੁਤ ਵੀਡੀਓਜ਼ ਨੇ ਜਿਹਦੇ ਵਿੱਚ ਮੈਂ ਇਹ ਚੀਜ਼ ਨਹੀਂ ਕਿਹਾ, ਕਿਉਂਕਿ ਮੈਨੂੰ ਕਹਿਣਾ ਨਹੀਂ ਪਸੰਦ। ਇਸ ਲਈ ਮੈਂ ਸ਼ੁਰੂ 'ਚ ਹੀ ਇਹ ਕਵਰ ਚੀਜ਼ ਕਰ ਦੇਵਾਂ ਕਿ ਜ਼ਰੂਰ ਇਹਨੂੰ ਲਾਈਕ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਚੈਨਲ ਪਹੁੰਚੇ, ਵੀਡੀਓ ਪਹੁੰਚੇ ਅਤੇ ਲੋਕ ਸਬਸਕ੍ਰਾਈਬ ਕਰਨ। ਚਲੋ ਜੀ, ਹੁਣ ਆਉਂਦੇ ਆਪਾਂ ਮੇਨ ਮੁੱਦੇ ਦੇ ਉੱਤੇ। ਵਲਾਇਤ ਨਾ ਸ਼ੁਰੂ ਤੋਂ ਬੜਾ ਵਧੀਆ ਵਰਡ ਮੈਨੂੰ ਲੱਗਦਾ ਸੀ, ਅਤੇ ਮੈਨੂੰ ਫੀਲ ਹੁੰਦਾ ਸੀ ਇੰਡੀਆ ਤੋਂ ਬਾਹਰ ਜਿੰਨੀਆਂ ਵੀ ਕੰਟਰੀਜ਼ ਨੇ ਉਹਨਾਂ ਨੂੰ ਸ਼ਾਇਦ ਆਪਾਂ ਵਲਾਇਤ ਕਹਿੰਦੇ ਹਾਂ। ਬਚਪਨ ਦੇ ਵਿੱਚ ਮੈਂ ਸੋਚਿਆ ਕਰਦਾ ਸੀ। ਅਤੇ ਮੇਰਾ ਪਿੰਡ ਬਹੁਤ, ਹੁਣ ਵੀ ਕਹਿ ਲਵਾਂ ਕਿ ਇੰਨਾ ਡਿਵੈਲਪ ਨਹੀਂ ਹੋਇਆ, ਕਾਫੀ ਗਰੀਬੀ ਪਿੰਡ ਦੇ ਵਿੱਚ। ਅਤੇ ਸ਼ੁਰੂ 'ਚ ਅਗਰ ਕਿਸੇ ਨੇ ਬਾਹਰ ਵੀ ਜਾਣਾ ਅਤੇ ਉਹਨਾਂ ਨੇ ਅਰਬ ਕੰਟਰੀਆਂ ਦੇ ਵਿੱਚ ਜਾਣਾ ਅਤੇ ਉੱਥੋਂ ਸਮਾਨ ਭੇਜਣਾ ਉਹਨਾਂ ਨੇ ਆਪਣੇ ਫੈਮਲੀਆਂ ਵਾਸਤੇ, ਘੜੀਆਂ ਹੋ ਗਈਆਂ, ਜੈਕਟਾਂ ਹੋ ਗਈਆਂ, ਅਤੇ ਉਹਨਾਂ ਨੇ ਕਹਿਣਾ ਵਲਾਇਤੋਂ ਆਈ ਹੈ, ਬਾਹਰੋਂ ਆਈ ਹੈ। ਅਤੇ ਮੇਰੀ ਫੈਮਲੀ 'ਚ ਕੋਈ ਬਾਹਰ ਨਹੀਂ ਸੀ ਗਿਆ ਹੋਇਆ ਉਸ ਟਾਈਮ, ਅਤੇ ਮੈਂ ਬੜਾ ਫੈਸੀਨੇਟਡ ਹੋਣਾ, ਯਾਰ ਬਾਹਰੋਂ ਚੀਜ਼ ਆਈ ਹੈ ਵਲਾਇਤੋਂ। ਅਤੇ ਮੇਰੇ ਲਈ ਅਰਬ ਕੰਟਰੀਆਂ ਹੀ ਵਲਾਇਤ ਸੀ। ਅਤੇ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ, ਥੋੜ੍ਹਾ ਰੀਅਲਾਈਜ਼ ਹੋਇਆ ਜਿੰਨਾ ਕੋਲ ਹੋਰ ਜ਼ਿਆਦਾ ਪੈਸਾ ਹੈ ਜਾਂ ਹੋਰ ਜ਼ਿਆਦਾ ਲੱਕੀ ਨੇ, ਉਹ ਗਏ ਹੋਏ ਨੇ ਯੂਰਪ ਕੰਟਰੀਆਂ ਦੇ ਵਿੱਚ, ਉਹ ਗਏ ਨੇ ਜਰਮਨੀ ਦੇ ਵਿੱਚ ਜਾਂ ਫਰਾਂਸ ਦੇ ਵਿੱਚ, ਇਟਲੀ ਦੇ ਵਿੱਚ। ਅਤੇ ਇਹ ਕੰਟਰੀਆਂ ਮੈਨੂੰ ਲੱਗਣ ਲੱਗਾ ਕਿ ਸ਼ਾਇਦ ਇਹ ਵੱਡੀਆਂ ਕੰਟਰੀਆਂ ਨੇ, ਇੱਥੇ ਲੋਕ ਗਏ ਹੋਏ ਨੇ। ਬਟ ਉਹ ਤੋਂ ਬਾਅਦ ਰੀਅਲਾਈਜ਼ ਹੋਇਆ ਨਹੀਂ, ਵੱਡੀਆਂ ਕੰਟਰੀਆਂ ਤਾਂ ਕਹਿੰਦੇ ਨੇ ਅਮਰੀਕਾ ਨੂੰ, ਕੈਨੇਡਾ ਨੂੰ ਜਾਂ ਇੰਗਲੈਂਡ ਨੂੰ। ਅਤੇ ਉਦੋਂ ਰੀਅਲਾਈਜ਼ ਹੋਇਆ ਜਦੋਂ ਐਕਸਪੋਜਰ ਹੋਇਆ ਅਮਰੀਕਾ ਵੱਲ, ਕੈਨੇਡਾ ਵੱਲ, ਕਿ ਇਹ ਐਕਚੁਅਲੀ ਵਲਾਇਤ ਹੈ, ਨਾ ਕਿ ਅਰਬ ਕੰਟਰੀਆਂ ਜਾਂ ਯੂਰਪ ਕੰਟਰੀਆਂ। ਅਤੇ ਰੀਅਲਾਈਜ਼ ਹੋਣ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ, ਆਪਾਂ ਹੌਲੀ ਹੌਲੀ ਅਮੈਰੀਕਨ ਕਲਚਰ ਵੱਲ ਜਾਂ ਉਹਦੇ ਨਾਲ ਘਿਰਨ ਲੱਗ ਪਏ ਸੀ। ਜੇ ਆਪਾਂ TV ਦੇਖੀਏ, ਆਪਣੇ ਹਾਲੀਵੁੱਡ ਮੂਵੀਜ਼ ਦੇਖੀਏ, ਸਾਰੀਆਂ ਅਮਰੀਕਾ ਦੀਆਂ ਇਨਫਲੂਐਂਸ, ਉਹਨਾਂ ਦੇ ਕਲਚਰ ਦੀਆਂ ਇਨਫਲੂਐਂਸ। ਅਤੇ ਆਪਣਾ ਡਰੈਸਿੰਗ ਸੈਂਸ ਚੇਂਜ ਹੋਣ ਲੱਗਾ। ਆਪਾਂ ਜੀਨਾਂ ਵੱਲ ਬਹੁਤ ਜ਼ਿਆਦਾ ਤਵੱਜੋ ਦੇਣ ਲੱਗੇ। ਜੀਨਾਂ ਇੱਕ ਨੋਰਮਲ ਜਿਹੀ ਚੀਜ਼ ਹੈ ਆਪਣੇ ਵਾਸਤੇ, ਬਟ ਮੈਂ ਬਹੁਤ ਜ਼ਿਆਦਾ ਜੀਨਸ ਦੇ ਵਿੱਚ ਕੰਫਰਟੇਬਲ ਫੀਲ ਕਰਦਾ। ਮੈਂ ਜੋ ਆਪਣਾ ਕਲਚਰ ਹੈ, ਜਿਹਦੇ ਵਿੱਚ ਕੁੜਤਾ ਪਜਾਮਾ ਪਾਇਆ ਜਾਂਦਾ ਜਾਂ ਬਾਬੇ ਧੋਤੀ ਵੀ ਲਾਉਂਦੇ ਸੀ, ਉਹਦੇ ਵਿੱਚ ਮੈਂ ਕਦੇ ਵੀ ਕੰਫਰਟੇਬਲ ਫੀਲ ਨਹੀਂ ਕੀਤਾ। ਮੈਂ ਹਮੇਸ਼ਾ ਜੀਨਸ ਦੇ ਵਿੱਚ ਜਾਂ ਟੀ-ਸ਼ਰਟ ਦੇ ਵਿੱਚ ਕੰਫਰਟੇਬਲ ਫੀਲ ਕੀਤਾ। ਫਿਰ ਉਦੋਂ ਜਦੋਂ ਮੈਂ 20 ਕੁ ਸਾਲਾਂ ਦਾ ਸੀ, ਉਦੋਂ ਨਾ ਕੁੜੀਆਂ ਵੱਲ ਬਹੁਤ ਜ਼ਿਆਦਾ ਲੋਕਾਂ ਨੇ ਬੋਲਣਾ ਕਿ ਕੁੜੀਆਂ ਜੀਨਾਂ ਪਾਉਂਦੀਆਂ ਨੇ। ਹੁਣ ਤਾਂ ਚਲੋ ਨੋਰਮਲ ਹੋ ਗਿਆ, ਪਰ ਉਸ ਟਾਈਮ ਬਹੁਤ ਜ਼ਿਆਦਾ ਹੇਟ, ਜੇ ਉਹ ਕੁੜੀਆਂ ਨੇ ਪਾਉਣੀ ਨਾ ਜੀਨਾਂ, ਜਿਨ੍ਹਾਂ ਨੇ ਪਾਉਣੀ, ਉਹਨਾਂ ਨੂੰ ਬੜੀ ਹੇਟ ਮਿਲਣੀ। ਬਟ ਹੁਣ ਰੀਅਲਾਈਜ਼ ਹੁੰਦਾ ਕਿ ਜੇ ਅਗਰ ਮੇਰੇ ਵਾਸਤੇ ਜੀਨ ਕੰਫਰਟੇਬਲ ਹੈ ਅਤੇ ਉਹਨਾਂ ਵਾਸਤੇ ਵੀ ਸ਼ਾਇਦ ਕੰਫਰਟੇਬਲ ਹੁੰਦੀ ਹੋਏਗੀ। ਸ਼ਾਇਦ ਉਹ ਵੀ ਸਲਵਾਰ ਕਮੀਜ਼ ਦੇ ਵਿੱਚ ਕੰਫਰਟੇਬਲ ਨਾ ਫੀਲ ਕਰਦੇ ਹੋਣ। ਅਤੇ ਕਹਿਣ ਦਾ ਮੇਰਾ ਮਕਸਦ ਹੈ ਕਿ ਆਪਾਂ ਇਹਨਾਂ ਚੀਜ਼ਾਂ ਦੇ ਵੱਲ ਅਟਰੈਕਟ ਹੋਣਾ ਸ਼ੁਰੂ ਹੋਏ। ਸ਼ਾਇਦ ਆਪਾਂ ਮੂਵੀਜ਼ ਤੋਂ ਜ਼ਿਆਦਾ ਇਨਫਲੂਐਂਸ ਸੀ, ਜਾਂ ਇਹ ਅਮੈਰੀਕਨ ਕਲਚਰ ਆਪਣੇ ਕਲਚਰ ਦੇ ਵਿੱਚ, ਆਪਣੇ ਪੰਜਾਬੀ ਕਲਚਰ ਦੇ ਵਿੱਚ ਜਾਂ ਇੰਡੀਅਨ ਕਲਚਰ ਦੇ ਵਿੱਚ ਆਉਣ ਲੱਗਾ। ਫਿਰ ਅਮਰੀਕਾ ਦਾ ਕਲਚਰ ਮੇਰੇ ਛੋਟੇ ਜਿਹੇ ਪਿੰਡ ਦੇ ਵਿੱਚ ਪ੍ਰੋਪੋਗੇਟ ਜਿਹਨੇ ਕੀਤਾ, ਅਤੇ ਫਿਰ ਬਾਕੀ ਜਗ੍ਹਾਵਾਂ ਦੇ ਵਿੱਚ ਵੀ ਪਹੁੰਚਿਆ ਹੋਏਗਾ, ਬਾਕੀ ਕੰਟਰੀਜ਼ ਦੇ ਵਿੱਚ ਵੀ ਪਹੁੰਚਿਆ ਹੋਏਗਾ, ਅਤੇ ਬਿਲਕੁਲ ਜ਼ਰੂਰ ਪਹੁੰਚਿਆ ਵੀ। ਅਤੇ ਅਮਰੀਕਾ ਜੇ ਆਪਾਂ ਕਹਿ ਲਈਏ ਇਸ ਟਾਈਮ ਦੀ, ਆਪਣੇ ਮਾਡਰਨ ਟਾਈਮ ਦੀ ਸੁਪਰ ਪਾਵਰ ਹੈ। ਸਭ ਤੋਂ ਤਗੜੀ ਮਿਲਟਰੀ ਅਮਰੀਕਾ ਦੇ ਕੋਲ, ਅਤੇ ਲਗਭਗ ਏਰੀਆ ਦੇ ਜੇ ਆਪਾਂ ਗੱਲ ਕਰੀਏ ਤਾਂ ਚੌਥੇ ਨੰਬਰ 'ਤੇ ਆਉਂਦੀ ਹੈ। ਅਤੇ ਇਹਦਾ ਸੁਪਰ ਪਾਵਰ ਬਣਨਾ ਆਈ ਥਿੰਕ World War II ਤੋਂ ਬਾਅਦ ਸ਼ੁਰੂ ਹੋ ਗਿਆ ਸੀ। ਫਾਈਟ ਬਹੁਤ ਲੇਟ ਜੁਆਇਨ ਕੀਤੀ ਅਮਰੀਕਾ ਨੇ World War II ਦੀ, ਬਟ ਬੰਬ ਸੁੱਟ ਕੇ ਜਪਾਨ ਦੇ ਉੱਤੇ, ਹਿਰੋਸ਼ਿਮਾ ਤੇ ਨਾਗਾਸਾਕੀ ਦੇ ਉੱਤੇ ਇੱਕ ਡਰਾਵਣੀ ਕੰਟਰੀ ਮੈਂ ਕਹਿ ਲਵਾਂ ਬਣ ਗਿਆ। ਅਤੇ ਉਸ ਤੋਂ ਬਾਅਦ ਕੋਈ ਇਹਦੇ ਸਾਹਮਣੇ ਖੰਘਦਾ ਨਹੀਂ ਸੀ। ਅਤੇ ਹੁਣ ਆਈ ਥਿੰਕ 800 ਤੋਂ ਜ਼ਿਆਦਾ ਮਿਲਟਰੀ ਬੇਸ ਨੇ ਅਮਰੀਕਾ ਤੋਂ ਬਾਹਰ। ਅਮਰੀਕਾ ਦੇ ਪੂਰੀ ਦੁਨੀਆ ਨੂੰ ਬੜੀ ਸਟ੍ਰੈਟਜੀ ਦੇ ਨਾਲ ਅਮਰੀਕਾ ਨੇ ਘੇਰਿਆ ਹੋਇਆ। ਅਤੇ ਜੇ ਆਪਾਂ ਡਾਲਰ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਕੋਈ ਵੀ ਡਾਲਰ ਰੁਪਏ ਦੇ ਵਿੱਚ ਐਕਸਚੇਂਜ ਕਰਨਾ ਹੋਵੇ, ਅਤੇ ਆਪਾਂ ਅਮਰੀਕਾ ਡਾਲਰ ਦੇ ਨਾਲ ਹਮੇਸ਼ਾ ਕੰਪੈਰੀਜ਼ਨ ਕਰਦੇ ਹਾਂ, ਜਾਂ ਐਕਸਚੇਂਜ ਰੇਟ ਵੀ ਅਮਰੀਕਾ ਦੇ ਡਾਲਰ ਦੇ ਨਾਲ ਹੀ ਸੈੱਟ ਹੁੰਦੇ ਨੇ। ਅਤੇ ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਇਨਫਲੂਐਂਸ ਹੈ ਅਮਰੀਕਾ ਦਾ ਵੀ ਜਦੋਂ ਆਪਾਂ ਕਰੰਸੀ ਦੀ ਗੱਲ ਕਰੀਏ। ਅਤੇ ਜੋ ਕੰਪਨੀਜ਼ ਨੇ, ਜੇ ਟੌਪ 100 ਕੰਪਨੀਜ਼ ਦੀ ਮੈਂ ਗੱਲ ਕਰਾਂ, ਟੈਕ ਕੰਪਨੀਜ਼ ਜਾਂ ਹੋਰ ਵੀ ਕੰਪਨੀਜ਼ ਦੀ ਗੱਲ ਕਰਾਂ, 100 ਦੇ ਵਿੱਚੋਂ 60 ਕੰਪਨੀਜ਼ ਅਮਰੀਕਾ ਦੀਆਂ ਨੇ। ਜੇ ਟੌਪ 10 ਕੰਪਨੀਜ਼ ਦੀ ਗੱਲ ਕਰਾਂ ਤੇ 10 ਦੀਆਂ 10 ਹੀ ਅਮੈਰੀਕਨ ਕੰਪਨੀਜ਼ ਨੇ। ਅਤੇ ਆਪਾਂ ਕਹਿ ਸਕਦੇ ਹਾਂ ਓਪਰਚੁਨਿਟੀ ਅਮਰੀਕਾ ਆਪਣੇ ਲੋਕਾਂ ਨੂੰ ਬਹੁਤ ਦਿੰਦਾ। ਅਤੇ ਇੱਕ ਬਹੁਤ ਤਗੜਾ ਐਮਪਾਇਰ ਹੈ, ਜਿੱਥੇ ਮਰਜ਼ੀ ਇਹ ਫਾਈਟ ਸ਼ੁਰੂ ਕਰ ਦਿੰਦਾ, ਜਿੱਥੇ ਮਰਜ਼ੀ ਇਹ ਫਾਈਟ ਖ਼ਤਮ ਕਰ ਦਿੰਦਾ। ਜੇ ਕਿਸੇ ਵੀ ਕੰਟਰੀ ਦੀ ਹਰਕਤ ਅਮਰੀਕਾ ਨੂੰ ਵਧੀਆ ਨਹੀਂ ਲੱਗਦੀ, ਅਤੇ ਉੱਥੇ ਜਾ ਕੇ
ਬਦਮਾਸ਼ੀ ਪੂਰੀ ਖਿਲਾਰਦਾ। ਅਤੇ ਆਪਾਂ ਕਹਿ ਸਕਦੇ ਹਾਂ ਆਪਾਂ ਅਮਰੀਕਾ ਦੇ ਟਾਈਮ ਦੇ ਵਿੱਚ ਰਹਿੰਦੇ ਪਏ ਹਾਂ। ਅਮਰੀਕਾ ਇੱਕ ਬਹੁਤ ਤਗੜਾ ਐਮਪਾਇਰ ਇਸ ਟਾਈਮ ਬਣ ਚੁੱਕਾ ਹੈ। ਬਟ ਜਿੰਨੇ ਵੀ ਆਪਾਂ ਹਿਸਟਰੀ ਦੇਖੀਏ ਨਾ, ਜਿੰਨੇ ਵੀ ਪਹਿਲੋਂ ਵੀ ਐਮਪਾਇਰ ਹੋਏ ਨੇ, ਕੋਈ ਵੀ ਐਮਪਾਇਰ ਹਮੇਸ਼ਾ ਨਹੀਂ ਰਿਹਾ। ਸਭ ਤੋਂ ਤਗੜਾ ਐਮਪਾਇਰ ਬ੍ਰਿਟਿਸ਼ ਐਮਪਾਇਰ, ਇੱਕ ਟਾਈਮ ਦੇ ਉੱਤੇ ਆਈ ਥਿੰਕ ਦੁਨੀਆ ਦਾ 25% ਲੈਂਡ ਬ੍ਰਿਟਿਸ਼ ਐਮਪਾਇਰ ਦੇ ਅੰਡਰ ਸੀ। ਬਟ ਇਹਨਾਂ ਦਾ ਡਿਕਲਾਈਨ ਸ਼ੁਰੂ ਹੋਇਆ ਵਰਲਡ ਵਾਰ 2 ਤੋਂ ਬਾਅਦ। ਜਦੋਂ ਅਮਰੀਕਾ ਉੱਪਰ ਵਧਣ ਲੱਗਾ ਉਦੋਂ ਹੀ ਇੰਗਲੈਂਡ ਜਾਂ ਬ੍ਰਿਟਿਸ਼ ਐਮਪਾਇਰ ਥੱਲੇ ਜਾਣ ਲੱਗਾ। ਅਤੇ ਬ੍ਰਿਟਿਸ਼ ਐਮਪਾਇਰ ਦਾ ਮੇਨ ਮਕਸਦ ਇਹ ਨਹੀਂ ਸੀ ਕਿ ਜਿੱਥੇ ਵੀ ਇਹ ਜਾਂਦੇ ਨੇ, ਜਿਹੜੀ ਵੀ ਕੰਟਰੀ ਨੂੰ ਉਹ ਕੋਲੋਨਾਈਜ਼ ਕਰਦੇ ਨੇ ਜਾਂ ਇੱਥੋਂ ਇਹ ਰਾਜ ਕਰਦੇ ਨੇ, ਉਹਨੂੰ ਸੁਧਾਰੀਏ ਜਾਂ ਉਹਨਾਂ ਨੂੰ ਗਵਰਨ ਕਰੀਏ। ਇਹਨਾਂ ਦਾ ਮੇਨ ਟੀਚਾ ਸੀ ਕਿ ਉੱਥੋਂ ਜਿੰਨਾ ਪੈਸਾ ਆਪਾਂ ਲੁੱਟ ਸਕਦੇ ਹਾਂ, ਜਿੰਨੇ ਵੀ ਚੀਜ਼ਾਂ ਆਪਾਂ ਲੁੱਟ ਸਕਦੇ ਹਾਂ, ਉਹ ਆਪਾਂ ਲੁੱਟ ਕੇ ਲਿਆਈਏ। ਅਤੇ ਇੰਡੀਆ ਨੂੰ ਵੀ ਆਈ ਥਿੰਕ ਇੱਕ ਇਕੋਨਮਿਸਟ ਦੀ ਮੈਂ ਗੱਲ ਸੁਣਦਾ ਪਿਆ ਸੀ, ਕਹਿੰਦੇ ਜੇ ਆਪਾਂ ਪੂਰਾ ਹਿਸਾਬ ਲਈਏ ਇੰਗਲੈਂਡ ਨੇ ਇੰਡੀਆ ਦੇ ਵਿੱਚੋਂ ਕਿੰਨਾ ਲੁੱਟਿਆ, ਆਈ ਥਿੰਕ $43 ਟ੍ਰਿਲੀਅਨ ਇੰਗਲੈਂਡ ਨੇ ਇੰਡੀਆ ਦੇ ਵਿੱਚੋਂ ਲੁੱਟੇ। ਅਤੇ ਜਿੰਨੇ ਵੀ, ਇੱਕ ਕਿਸੇ ਨੇ ਜੋਕ ਮਾਰਿਆ ਕਿ ਜਿੰਨੇ ਵੀ ਇੰਗਲੈਂਡ ਦੇ ਮਿਊਜ਼ੀਅਮ ਨੇ ਨਾ, ਉਹ ਸਾਰੇ ਕ੍ਰਾਈਮ ਸੀਨ ਨੇ, ਕਿਉਂਕਿ ਹਰੇਕ ਚੀਜ਼, ਹਰੇਕ ਮਿਊਜ਼ੀਅਮ ਲੁੱਟ ਦੇ ਨਾਲ ਭਰਿਆ ਹੋਇਆ। ਅਤੇ ਇਹ ਸਿਰਫ ਇੰਡੀਆ ਦੀ ਗੱਲ ਹੈ ਕਿ ਇੰਨੇ ਜ਼ਿਆਦਾ ਪੈਸਾ ਲੁੱਟੇ, ਫਿਰ ਦੂਜੀਆਂ ਕੰਟਰੀਆਂ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਇਹਨਾਂ ਨੇ ਲੁੱਟੀਆਂ ਹੋਣਗੀਆਂ ਇੰਗਲੈਂਡ ਨੇ, ਆਪਾਂ ਕੈਲਕੂਲੇਟ ਨਹੀਂ ਕਰ ਸਕਦੇ। ਅਤੇ ਜਿੱਦਾਂ ਮੈਂ ਕਿਹਾ ਕਿ ਇਹ ਬਹੁਤ ਜ਼ਿਆਦਾ ਸੈਲਫਿਸ਼ ਐਮਪਾਇਰ ਸੀ ਅਤੇ ਬਹੁਤ ਜ਼ਿਆਦਾ ਕਰੂਅਲ ਦੂਜੀਆਂ ਰੇਸਾਂ ਦੇ ਪ੍ਰਤੀ ਜਾਂ ਦੂਜੀਆਂ ਕੰਟਰੀਆਂ ਦੇ ਪ੍ਰਤੀ ਇਹ ਸੀ। ਅਤੇ ਇਹੀ ਇੱਕ ਜੋ ਗਰੀਡ ਸੀ ਇਹਨਾਂ ਦੇ ਪਤਨ ਦਾ ਕਾਰਨ ਬਣਿਆ। ਜਦੋਂ ਵਰਲਡ ਵਾਰ 1 ਹੋਈ ਨਾ, ਅਤੇ ਇਹਨਾਂ ਨੇ ਜਰਮਨੀ ਨੂੰ ਇੰਨਾ ਜ਼ਿਆਦਾ ਆਈਸੋਲੇਟ ਕਰਤਾ, ਫਰਾਂਸ ਨਾਲ ਰਲ ਕੇ ਜਾਂ ਅਮਰੀਕਾ ਦੇ ਨਾਲ ਰਲ ਕੇ ਜਰਮਨੀ ਨੂੰ ਬਹੁਤ ਜ਼ਿਆਦਾ ਸਪਰੈਸ ਕਰਤਾ। ਜਰਮਨੀ ਦੀ ਹਾਲਤ ਇੰਨੀ ਮਾੜੀ ਸੀ ਕਿ ਅਮਰੀਕਾ ਦਾ $1, ਜਰਮਨ ਜੋ ਉਹਨਾਂ ਦੀ ਕਰੰਸੀ ਸੀ ਮਾਰਕ, ਜਰਮਨ ਮਾਰਕ, ਅਮਰੀਕਾ ਦਾ $1 ਜਰਮਨ ਮਾਰਕ ਲਗਭਗ 8 ਬਿਲੀਅਨ ਜਰਮਨ ਮਾਰਕ ਹੁੰਦੇ ਸੀ। ਇੰਨੀ ਸਿਚੁਏਸ਼ਨ ਮਾੜੀ ਹੋ ਚੁੱਕੀ ਸੀ ਜਰਮਨੀ ਦੀ। ਅਤੇ ਇਹੀ ਜਦੋਂ ਇੰਨਾ ਜ਼ਿਆਦਾ ਸਪਰੈਸ ਕੀਤਾ ਅਤੇ ਹਿਟਲਰ ਦਾ ਉੱਥੋਂ ਰਾਈਜ਼ ਹੋਇਆ। ਹਿਟਲਰ ਨੇ ਕਿਹਾ ਕਿ ਚਲੋ ਹੁਣ ਇੰਨਾ ਤਾਂ ਆਪਾਂ ਸਫ਼ਰ ਕਰਦੇ ਹੀ ਪਏ ਹਾਂ, ਥੋੜ੍ਹਾ ਜਿਹਾ ਹੋਰ ਸਫ਼ਰ ਕਰੀਏ, ਥੋੜ੍ਹੇ ਜਿਹੇ ਕਰੂਅਲ ਬਣੀਏ ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਪੁਸ਼ ਬੈਕ ਦਈਏ। ਅਤੇ ਫਿਰ ਇਸ ਕਾਰਨ ਵਰਲਡ ਵਾਰ 2 ਸਟਾਰਟ ਹੋਈ। ਅਤੇ ਇੰਨਾ ਜ਼ਿਆਦਾ ਹਿਟਲਰ ਨੇ ਇੰਗਲੈਂਡ ਨੂੰ ਪੁਸ਼ ਕੀਤਾ ਕਿ ਇੰਗਲੈਂਡ ਦਾ ਟੀਚਾ ਐਮਪਾਇਰ ਨਹੀਂ ਰਹਿ ਗਿਆ। ਇੰਗਲੈਂਡ ਦਾ ਟੀਚਾ ਰਹਿ ਗਿਆ ਕਿ ਹੁਣ ਆਪਾਂ ਆਪਣੀ ਹੀ ਕੰਟਰੀ ਨੂੰ ਸੇਵ ਕਰੀਏ, ਅੰਪਾਇਰ ਦੇ ਉੱਤੇ ਆਪਾਂ ਨਿਕਲੀਏ। ਅਤੇ ਜਿਸ ਹਿਸਾਬ ਨਾਲ ਇਹ ਨਿਕਲੇ ਵੀ, ਜਿੱਦਾਂ ਨਿਕਲਿਆ ਨਾ ਅਮਰੀਕਾ ਅਫਗਾਨਿਸਤਾਨ ਦੇ ਵਿੱਚੋਂ, ਇੰਨੀ ਜ਼ਿਆਦਾ ਕੇਆਸ, ਇੰਨਾ ਜ਼ਿਆਦਾ ਕਨਫਿਊਜ਼ਨ ਛੱਡ ਕੇ, ਅਤੇ ਇੱਦਾਂ ਹੀ ਇੰਗਲੈਂਡ ਇੰਡੀਆ ਦੇ ਵਿੱਚੋਂ ਵੀ ਨਿਕਲਿਆ। ਕੋਈ ਪ੍ਰੋਪਰ ਪੋਲਿਸੀ ਨਹੀਂ ਸੀ। ਅਤੇ ਜਦੋਂ ਇਹਨਾਂ ਨੇ ਪਾਕਿਸਤਾਨ ਅਤੇ ਇੰਡੀਆ ਨੂੰ ਵੰਡਿਆ, ਲਗਭਗ 2 ਮਿਲੀਅਨ ਜਾਣੇ ਮਰੇ। ਅਤੇ ਇੱਦਾਂ ਦੀਆਂ ਚੀਜ਼ਾਂ ਬ੍ਰਿਟਿਸ਼ ਅੰਪਾਇਰ ਦੇ ਵਿੱਚ ਹੋਇਆ। ਅਤੇ ਕਨਕਲੂਜਨ ਇਹੀ ਨਿਕਲਦਾ ਕਿ ਇੱਕ ਇਹਨਾਂ ਦੀ ਗਰੀਡ ਦੇ ਕਾਰਨ ਹਿਟਲਰ ਪੈਦਾ ਹੋਇਆ ਅਤੇ ਇਹਨਾਂ ਦੇ ਅੰਪਾਇਰ ਨੂੰ ਉਹਨੇ ਬਹੁਤ ਜ਼ਿਆਦਾ ਧੱਕਿਆ। ਅਤੇ ਗਰੀਡ ਇਹਨਾਂ ਦੇ ਪਤਨ ਦਾ ਇੱਕ ਕਾਰਨ ਹੋ ਸਕਦੀ ਹੈ, ਜਾਂ ਇੱਕ ਵੱਡਾ ਫੈਕਟਰ ਰਿਹਾ। ਫਿਰ ਇਹ ਸੀ ਸਭ ਤੋਂ ਵੱਡਾ ਅੰਪਾਇਰ, ਸਭ ਤੋਂ ਲੰਬਾ ਚੱਲਣ ਵਾਲਾ ਅੰਪਾਇਰ ਦੁਨੀਆ ਦੇ ਵਿੱਚ ਰਿਹਾ ਰੋਮਨ ਅੰਪਾਇਰ, ਜੋ 1000 ਸਾਲ ਚੱਲਿਆ। ਅਤੇ ਪਹਿਲੇ 500 ਸਾਲ ਇੱਥੇ ਵੀ ਵੋਟਾਂ ਪੈਂਦੀਆਂ ਰਹੀਆਂ। ਅਤੇ ਇੱਕ ਛੋਟੀ ਜਿਹੀ ਸਿਟੀ ਰੋਮ ਤੋਂ ਸ਼ੁਰੂ ਹੋਇਆ, ਫਿਰ ਇੱਕ ਸਟੇਟ ਬਣਿਆ, ਫਿਰ ਹੌਲੀ ਹੌਲੀ ਇੱਕ ਅੰਪਾਇਰ ਬਣਨਾ ਸ਼ੁਰੂ ਹੋਇਆ। ਅਤੇ 500 ਸਾਲ ਬਾਅਦ ਜਦੋਂ ਡਿਕਟੇਟਰਸ਼ਿਪ ਸ਼ੁਰੂ ਹੋਈ, ਉਦੋਂ ਐਕਚੁਅਲੀ ਰੋਮਨ ਅੰਪਾਇਰ ਦਾ ਤਗੜਾ ਹੋਣਾ ਸ਼ੁਰੂ ਹੋਇਆ। ਅਤੇ ਉਹ ਅੰਪਾਇਰ ਦੇ ਵਿੱਚ ਜਦੋਂ ਡਿਕਟੇਟਰਸ਼ਿਪ ਸ਼ੁਰੂ ਹੋਈ, ਅਮੀਰ ਅਤੇ ਗਰੀਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਸੀ। ਅਤੇ ਉਦੋਂ ਜੋ ਰੋਮ ਦੇ ਸੋਲਜਰ ਸੀ, ਆਪਣੀ ਕੰਟਰੀ ਵਾਸਤੇ ਲੜਨਾ ਘੱਟ ਪ੍ਰੈਫਰ ਕਰਦੇ ਸੀ, ਬਟ ਆਪਣੇ ਜਨਰਲ ਵਾਸਤੇ ਲੜਨਾ ਜ਼ਿਆਦਾ ਪ੍ਰੈਫਰ ਕਰਦੇ ਸੀ, ਕਿਉਂਕਿ ਤਨਖਾਹਾਂ ਦੇ ਵਿੱਚ ਇਹਨਾਂ ਨੂੰ ਸੋਨਾ ਮਿਲਦਾ ਸੀ। ਇੰਨਾ ਦਾ ਪੈਸਾ ਹੋ ਚੁੱਕਾ ਸੀ ਜੋ ਰਿਚ ਰੋਮਨ ਸੀ। ਅਤੇ ਜੂਲੀਅਸ ਸੀਜ਼ਰ ਨੇ ਇਹੀ ਚੀਜ਼ ਦਾ ਫਾਇਦਾ ਚੁੱਕਿਆ ਅਤੇ ਆਪਣੇ ਆਪ ਨੂੰ ਡਿਕਟੇਟਰ ਬਣਾਇਆ। ਬਟ ਰੋਮਨ ਅੰਪਾਇਰ ਇੰਨਾ ਜ਼ਿਆਦਾ ਤਗੜਾ ਹੋ ਗਿਆ ਕਿ ਟਾਈਮ ਦੇ ਉੱਤੇ ਕਿ ਜ਼ਿਆਦਾਤਰ ਪੈਸਾ ਮਿਲਟਰੀ ਸਪੈਂਡਿੰਗ ਦੇ ਉੱਤੇ ਹੀ ਜਾਂਦਾ ਸੀ, ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ। ਅਤੇ ਇੰਨਾ ਵੱਡਾ ਹੋਣ ਦੇ ਕਾਰਨ ਇਹਨਾਂ ਦਾ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੋਣਾ ਬੜਾ ਘੱਟ ਗਿਆ। ਫਿਰ ਛੋਟੀਆਂ ਛੋਟੀਆਂ ਟਰਾਈਬਸ ਕਦੇ ਇੱਧਰੋਂ ਅਟੈਕ ਕਰਦੀਆਂ ਸੀ, ਕਦੇ ਉੱਧਰੋਂ ਅਟੈਕ ਕਰਦੀਆਂ ਸੀ। ਅਤੇ ਇਹਨਾਂ ਦਾ ਇੰਨਾ ਤਗੜਾ ਹੋਣਾ ਹੀ, ਇਹਨਾਂ ਦੀ ਗਰੀਡ ਹੀ ਇਹਨਾਂ ਦੇ ਰੋਮਨ ਅੰਪਾਇਰ ਦੇ ਪਤਨ ਦਾ ਕਾਰਨ ਬਣੀ। ਅਤੇ ਲੋਕ ਵੀ ਇੰਨੇ ਜ਼ਿਆਦਾ ਲਾਲਚੀ ਹੋ ਗਏ ਸੀ ਕਿ
ਡਿਕਟੇਟਰ ਤੋਂ ਬਾਅਦ ਡਿਕਟੇਟਰ ਆਉਣੇ ਸ਼ੁਰੂ ਹੋਏ। 75 ਸਾਲਾਂ ਦੇ ਵਿੱਚ 20 ਡਿਕਟੇਟਰ ਆਏ ਜਾਂ ਐਂਪਰਰ ਆਏ, ਅਤੇ ਜਦੋਂ ਵੀ ਇੱਕ ਐਂਪਰਰ ਥੱਲੇ ਗਿਆ ਉਹ ਮੌਤ ਦੇ ਕਾਰਨ ਹੀ ਗਿਆ। ਕੋਈ ਨਾ ਕੋਈ ਉਹਨੂੰ ਮਾਰ ਦਿੰਦਾ ਸੀ ਅਤੇ ਆਪ ਸੀਟ 'ਤੇ ਬਹਿ ਜਾਂਦਾ ਸੀ, ਫਿਰ ਉਹਨੂੰ ਕੋਈ ਨਾ ਕੋਈ ਮਾਰ ਦਿੰਦਾ ਸੀ ਅਤੇ ਆਪ ਸੀਟ 'ਤੇ ਬਹਿ ਜਾਂਦਾ ਸੀ। ਅਤੇ ਇੱਕ ਟਾਈਮ 'ਤੇ ਇਹ ਵੀ ਮੰਨਿਆ ਜਾਂਦਾ ਸੀ ਕਿ ਜੋ ਵੀ ਰੋਮਨ ਅੰਪਾਇਰ ਦਾ ਐਂਪਰਰ ਬਣੇਗਾ, ਰਾਜਾ ਬਣੇਗਾ, ਉਹ ਲਗਭਗ ਉਹਨੂੰ ਡੈਥ ਸੈਂਟੈਂਸ ਮਿਲ ਗਿਆ ਸਮਝੋ, ਕਿਉਂਕਿ ਕੋਈ ਨਾ ਕੋਈ ਉਹਨੂੰ ਜ਼ਰੂਰ ਮਾਰ ਦੇਗਾ। ਅਤੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਵੀ ਐਂਪਾਇਰ ਦਾ ਪਤਨ ਲਾਲਚ ਕਾਰਨ ਹੀ ਹੋਇਆ। ਬਹੁਤ ਜ਼ਿਆਦਾ ਲਾਲਚ ਵੱਧ ਗਿਆ ਲੋਕਾਂ ਦੇ ਵਿੱਚ, ਫਿਰ ਰਾਜਿਆਂ ਦੇ ਵਿੱਚ, ਕਿ ਉਹ ਆਪਣੇ ਸੈਲਫ ਇੰਟਰਸਟ ਵਾਸਤੇ ਕੰਮ ਕਰਨ ਲੱਗੇ ਅਤੇ ਲੋਕਾਂ ਦੀ ਉਹਨਾਂ ਨੇ ਜ਼ਿਆਦਾ ਪਰਵਾਹ ਨਹੀਂ ਕੀਤੀ, ਅਤੇ ਇਸ ਲਈ ਉਹ ਵੀ ਅੰਪਾਇਰ ਡਿੱਗਿਆ ਆਪਣੇ ਲਾਲਚ ਕਾਰਨ ਹੀ। ਅਤੇ ਜੇ ਅੱਜ ਅਮਰੀਕਾ ਇੱਕ ਬਹੁਤ ਤਗੜਾ ਅੰਪਾਇਰ ਹੈ, ਅਤੇ ਇਹਦਾ ਪਤਨ ਕਦੋਂ, ਕੀ ਪੋਸੀਬਿਲਿਟੀ ਹੈ ਕਿ ਇਹਦਾ ਪਤਨ ਕਦੋਂ ਹੋਵੇ? ਅਤੇ ਆਈ ਥਿੰਕ ਇਹਦਾ ਪਤਨ ਹੋਣਾ ਲਗਭਗ ਸ਼ੁਰੂ ਹੋ ਗਿਆ। ਮੈਂ ਨਹੀਂ ਚਾਹੁੰਦਾ ਕਿ ਇਹ ਥੱਲੇ ਜਾਵੇ, ਬਟ ਆਪਣੇ ਹੀ ਕੁਛ ਕਾਰਨਾਂ ਕਰਕੇ ਆਈ ਥਿੰਕ ਜੋ ਇੱਕ ਵਾਈਬ ਮਿਲਦੀ ਪਈ ਹੈ, ਕਿ ਪੈਟਰਨ ਮਿਲਦਾ ਪਿਆ ਕਿ ਅਮਰੀਕਾ ਹੁਣ ਥੱਲੇ ਜਾਂਦਾ ਪਿਆ। ਅਤੇ ਪਹਿਲਾ ਮੈਂ ਰੀਜ਼ਨ ਇਹੀ ਮੰਨਦਾ ਕਿ ਮੈਨੂੰ ਲੱਗਦਾ ਕਿ ਅਮਰੀਕਾ ਦੇ ਵਿੱਚ ਹਰੇਕ ਚੀਜ਼ ਦੀ ਬਹੁਤ ਜ਼ਿਆਦਾ ਐਕਸੈਸ ਹੈ ਅਤੇ ਬਹੁਤ ਜ਼ਿਆਦਾ ਲੋਕਾਂ ਕੋਲ ਫਰੀਡਮ ਹੈ। ਅਤੇ ਉਹ ਫਰੀਡਮ ਇੱਕ ਮਾੜੀ ਚੀਜ਼ ਕਿੱਦਾਂ ਹੋ ਸਕਦੀ ਹੈ ਕਿ ਅਗਰ ਕੋਈ ਬੰਦਾ ਫਰੀ ਹੈ, ਉਹ ਦੂਜੇ ਦੀ ਕੇਅਰ ਨਹੀਂ ਕਰਦਾ। ਉਹਨੂੰ ਲੱਗਦਾ ਕਿ ਮੈਂ ਫਰੀ ਹਾਂ, ਮੈਂ ਕੁਛ ਵੀ ਕਰ ਸਕਦਾ, ਦੂਜਾ ਬੰਦਾ ਭਾਵੇਂ ਹਰਟ ਹੋਵੇ ਕਿਸੇ ਵੀ ਤਰੀਕੇ ਨਾਲ, ਉਹ ਮੇਰੀ ਪ੍ਰੋਬਲਮ ਨਹੀਂ, ਠੀਕ ਹੈ, ਮੇਰੀ ਫਰੀਡਮ ਹੈ, ਮੈਂ ਕਰ ਸਕਦਾ। ਅਤੇ ਇਹ ਚੀਜ਼ ਲੋਕਾਂ ਦੇ ਵਿੱਚ ਲੋਕਾਂ ਨੂੰ ਡਿਵਾਈਡ ਕਰਨ ਦਾ ਬਹੁਤ ਜ਼ਿਆਦਾ ਕੰਮ ਕਰਦੀ ਹੈ। ਅਤੇ ਹਰੇਕ ਚੀਜ਼ ਦੀ ਐਕਸੈਸ ਹੋਣਾ ਬਹੁਤ ਜ਼ਿਆਦਾ, ਅਗਰ ਤੁਸੀਂ ਖਾਣਾ ਵੀ ਖਾਣਾ ਹੈ, ਬਹੁਤ ਜ਼ਿਆਦਾ ਆਪਸ਼ਨਸ ਅਵੇਲੇਬਲ ਨੇ, ਬਹੁਤ ਜ਼ਿਆਦਾ ਟੇਸਟੀ ਆਪਸ਼ਨਸ ਅਵੇਲੇਬਲ ਨੇ, ਅਤੇ ਜਿੰਨਾ ਜ਼ਿਆਦਾ ਖਾਣਾ ਟੇਸਟੀ ਹੈ ਨਾ, ਓਨਾ ਹੀ ਆਈ ਫੀਲ ਕਿ ਅਨਹੈਲਦੀ ਹੈ। ਅਤੇ ਇਸ ਲਈ ਮੋਟਾਪੇ ਦਾ ਲੈਵਲ ਵੀ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ। ਆਈ ਥਿੰਕ 43 ਜਾਂ 40%, 44% ਜੋ ਅਮਰੀਕਨਸ ਨੇ ਮੋਟੇ ਨੇ, ਬਹੁਤ ਜ਼ਿਆਦਾ ਖਾਂਦੇ ਨੇ, ਅਤੇ ਆਈ ਥਿੰਕ ਐਕਸਰਸਾਈਜ਼ ਵੱਲ ਬਹੁਤ ਜ਼ਿਆਦਾ ਘੱਟ ਧਿਆਨ ਹੈ। ਅਤੇ ਉੱਥੋਂ ਦੀਆਂ ਜੋਬਸ ਲੋਕਾਂ ਕੋਲ ਬੈਨੀਫਿਟ ਬਹੁਤ ਜ਼ਿਆਦਾ ਨੇ। ਅਤੇ ਕਦੀ ਕਦੀ ਮੈਂ ਨਿਊਜ਼ੀਲੈਂਡ ਦੀ ਮੈਂ ਗੱਲ ਕਰਾਂ ਨਾ, ਇਹੀ ਚੀਜ਼ ਮੈਨੂੰ ਬੜੀ ਜ਼ਿਆਦਾ ਖਾਲੀ ਹੈ ਵੈਸਟ ਕੰਟਰੀਆਂ ਦੇ ਵਿੱਚ, ਕਿ ਹਰੇਕ ਬੰਦੇ ਕੋਲ ਬਹੁਤ ਜ਼ਿਆਦਾ ਬੈਨੀਫਿਟਸ ਨੇ। ਅਗਰ ਉਹ ਚਾਹਵੇ ਕਿ ਮੈਂ ਕੰਮ ਨਹੀਂ ਕਰਨਾ ਅੱਜ ਤੋਂ ਬਾਅਦ, ਉਹਨੂੰ ਫ੍ਰੀ ਮਨੀ ਦੇਵੇਗੀ ਗੌਰਮੈਂਟ। ਚਲੋ ਇੱਕ ਹੁੰਦਾ ਇੱਕ ਜੈਨੂਨ ਬੰਦਾ ਜੋ ਕੰਮ ਨਹੀਂ ਕਰ ਸਕਦਾ, ਠੀਕ ਹੈ, ਉਹਦਾ ਹੱਥ ਨਹੀਂ ਆ, ਪੈਰ ਨਹੀਂ, ਬਟ ਇੱਥੋਂ ਦੇ ਜੋ ਰਹਾਇਸ਼ੀ ਬੰਦੇ ਵੀ ਨੇ ਨਿਊਜ਼ੀਲੈਂਡ ਦੇ, ਅਮਰੀਕਾ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਣਗੇ, ਕਿ ਜਿਨ੍ਹਾਂ ਦੇ ਹੱਥ ਵੀ ਨੇ, ਪੈਰ ਵੀ ਨੇ, ਬਟ ਉਹ ਬੱਚੇ ਜੰਮਦੇ ਰਹਿੰਦੇ ਨੇ, ਠੀਕ ਹੈ, ਉਹਨਾਂ ਨੂੰ ਘਰ ਵੀ ਗੌਰਮੈਂਟ ਦਿੰਦੀ ਹੈ, ਠੀਕ ਹੈ, ਉਹਨਾਂ ਨੂੰ ਪੈਸੇ ਵੀ ਗੌਰਮੈਂਟ ਦਿੰਦੀ ਹੈ। ਅਤੇ ਜਿੱਥੇ ਅਸੀਂ ਲੋਕ, ਕੰਮ ਕਰਨ ਵਾਲੇ ਲੋਕ ਟੈਕਸ ਭਰਦੇ ਹਾਂ ਬਹੁਤ ਬਹੁਤ ਜ਼ਿਆਦਾ, 33% 40% ਵੀ ਕਈ ਲੋਕ ਭਰਦੇ ਹੋਣਗੇ, ਜਿਹਨਾਂ ਦੀ ਤਨਖਾਹ ਬਹੁਤ ਜ਼ਿਆਦਾ ਹੀ ਹੈ। ਅਤੇ ਉਹ ਉਹਨਾਂ ਲੋਕਾਂ ਦੀ, ਉਹ ਪੈਸਾ ਉਹਨਾਂ ਲੋਕਾਂ ਕੋਲ ਜਾਂਦਾ ਜੋ ਬਿਲਕੁਲ ਕੇਪੇਬਲ ਨੇ ਕੰਮ ਕਰਨ ਵਾਸਤੇ, ਬਟ ਉਹ ਕੰਮ ਨਹੀਂ ਕਰਦੇ, ਠੀਕ ਹੈ। ਇਹ ਇੱਕ ਮਾੜੀ ਚੀਜ਼ ਮੈਂ ਮੰਨਦਾ ਵੈਸਟ ਦੇ ਵਿੱਚ, ਇਹ ਮੈਂ ਮਾੜੀ ਚੀਜ਼ ਮੰਨਦਾ। ਅਮਰੀਕਾ ਦਾ ਜੋ ਕਲਚਰ ਹੈ ਜਾਂ ਇੰਗਲੈਂਡ ਦਾ ਜੋ ਕਲਚਰ ਹੈ, ਇਹ ਚੀਜ਼ ਉਹਨਾਂ ਨੇ ਇਹ ਚੀਜ਼ ਸ਼ੁਰੂ ਕੀਤੀ ਤਾਂ ਕਿ ਲੋਕੀ ਇੱਕ ਸਿਸਟਮ ਦਾ ਫਾਇਦਾ ਲੈ ਸਕਣ। ਅਤੇ ਬਾਕੀ ਟੈਕਨੋਲੋਜੀ ਵੀ ਇੱਕ ਨਾ ਬਹੁਤ ਤਗੜਾ ਫੈਕਟਰ ਹੈ ਅਮਰੀਕਾ ਦੇ ਪਤਨ ਵਾਸਤੇ। ਟੈਕਨੋਲੋਜੀ ਨੇ ਜਿੰਨਾ ਜ਼ਿਆਦਾ ਡਿਵਾਈਡ ਕੀਤਾ ਅਮਰੀਕਾ ਨੂੰ, ਟਰੰਪ ਤੋਂ ਖਾਸ ਕਰ ਬਾਅਦ, ਇਹ ਵੀ ਇੱਕ ਕੰਸਰਨ ਹੈ। ਇਹ ਤੁਸੀਂ ਚੀਜ਼ ਇੰਡੀਆ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਟੈਕਨੋਲੋਜੀ ਕਿਸ ਹਿਸਾਬ ਨਾਲ ਲੋਕਾਂ ਨੂੰ ਵੰਡਦੀ ਪਈ ਹੈ। ਚਲੋ ਇੰਡੀਆ ਨੇ ਬਹੁਤ ਵਧੀਆ ਸਟੈਪ ਲਿਆ ਟਿਕਟੋਕ ਨੂੰ ਬੈਨ ਕਰਕੇ, ਬਟ ਹੁਣ ਟਵਿੱਟਰ ਦੇ ਉੱਤੇ ਵੀ ਬਹੁਤ ਜ਼ਿਆਦਾ ਫਾਈਟਸ ਹੁੰਦੀਆਂ ਨੇ। ਬਟ ਅਮਰੀਕਾ ਦੇ ਵਿੱਚ ਦੇਖੀਏ ਕੋਈ ਵੀ ਐਪ ਬੈਨ ਨਹੀਂ। ਆਈ ਥਿੰਕ ਟਰੰਪ ਨੇ ਬੈਨ ਕਰਾਈ ਸੀ ਟਿਕਟੋਕ, ਬਟ ਆਈ ਥਿੰਕ ਬਾਈਡਨ ਨੇ ਫਿਰ ਉਹਨੂੰ ਚਾਲੂ ਕੀਤਾ। ਅਤੇ ਟਿਕਟੋਕ ਨੇ ਇਹਨਾਂ ਛੋਟੀਆਂ ਛੋਟੀਆਂ ਫਾਈਟਸ ਨੂੰ ਬਹੁਤ ਜ਼ਿਆਦਾ ਐਸਕਲੇਟ ਕੀਤਾ, ਭਾਵੇਂ ਉਹ ਜੈਂਡਰ ਫਾਈਟਸ ਹੋ ਜਾਣ ਜਾਂ ਰੇਸ ਫਾਈਟ ਹੋ ਜਾਣ। ਬਟ ਅਮਰੀਕਾ ਦਾ ਜੋ ਮੈਂ ਪੈਟਰਨ ਦੇਖਦਾ ਕਿ ਇਹਨੂੰ ਬਾਹਰੋਂ ਨਹੀਂ ਕੋਈ ਹਰਾ ਸਕਦਾ, ਮਿਲਟਰੀ ਦੇ ਬੇਸ 'ਤੇ ਨਹੀਂ ਕੋਈ ਹਰਾ ਸਕਦਾ। ਇਹ ਅੰਦਰੋਂ ਹੀ ਹੌਲੀ ਹੌਲੀ ਟੁੱਟਦਾ ਪਿਆ, ਅੰਦਰੋਂ ਹੀ ਆਪਣੇ ਆਪ ਨੂੰ ਖਾਂਦਾ ਪਿਆ। ਇਹਨਾਂ ਦੀ ਟੂ ਮਚ ਫਰੀਡਮ, ਇਹਨਾਂ ਦਾ ਐਕਸੈਸ, ਬਹੁਤ ਜ਼ਿਆਦਾ ਐਕਸੈਸ ਹੋਣੀ ਇਹਨਾਂ ਕੋਲ, ਆਈ ਥਿੰਕ ਇਹੀ ਇਹਦੇ ਪਤਨ ਦਾ ਕਾਰਨ ਬਣੇਗਾ। ਅਤੇ ਇਹ ਚੀਜ਼ ਨੂੰ ਆਈ ਥਿੰਕ ਚਾਈਨਾ ਨੇ ਸਮਝਿਆ ਅਤੇ ਉਹਨਾਂ ਨੇ ਟੈਕਨੋਲੋਜੀ ਦੇ ਥਰੂ ਉਹਨਾਂ ਦੇ 'ਤੇ ਹਮਲਾ ਕੀਤਾ, ਰਾਈਟ। ਅਤੇ ਹੁਣ ਅਗਲਾ ਅੰਪਾਇਰ ਕੌਣ ਹੋ ਸਕਦਾ? ਅਗਰ ਅਮਰੀਕਾ ਜਾਂਦਾ ਵੀ ਹੈ ਜਾਂ ਹੌਲੀ ਹੌਲੀ ਨੀਚੇ ਜਾ ਰਿਹਾ, ਅਤੇ ਉੱਪਰ ਕਿਹੜੀ ਕੰਟਰੀ ਜਾ ਰਹੀ ਹੈ? ਆਈ ਥਿੰਕ
ਇਹਦੇ ਵਿੱਚ ਸ਼ੱਕ ਨਹੀਂ, ਚਾਈਨਾ ਹੌਲੀ ਹੌਲੀ ਉੱਪਰ ਵੱਧਦਾ ਪਿਆ, ਭਾਵੇਂ ਉਹ ਇਕੋਨਮੀ ਹੋ ਜਾਵੇ, ਮਿਲਟਰੀ ਹੋ ਜਾਵੇ, ਟੈਕ ਹੋ ਜਾਵੇ। ਚਾਈਨਾ ਬਹੁਤ ਤੇਜ਼ੀ ਰਫ਼ਤਾਰ ਨਾਲ ਵੱਧਦਾ ਪਿਆ ਅਤੇ ਆਈ ਥਿੰਕ ਇਕੋਨਮੀ ਦੇ ਵਿੱਚ 2028 ਡੇਟ ਦਿੱਤੀ ਗਈ ਹੈ ਜਾਂ ਸਾਲ ਦਿੱਤਾ ਗਿਆ ਜਦੋਂ ਇਕੋਨਮੀ ਵਜੋਂ ਇਹ ਨੰਬਰ 1 ਹੋ ਜਾਏਗਾ। ਅਤੇ ਜਦੋਂ ਮੈਂ ਚਾਈਨਾ ਨੂੰ ਦੇਖਦਾ ਨਾ, ਇਹਨਾਂ ਦਾ ਪਲਾਨ ਇੱਕ ਲੌਂਗ ਟਰਮ ਪਲਾਨ ਮੈਂ ਕਹਿ ਲਵਾਂ, ਬਹੁਤ ਜ਼ਿਆਦਾ ਈਵਲ ਪਲਾਨ ਹੈ, ਬਟ ਇਹ ਚਾਈਨਾ ਨੂੰ ਬਹੁਤ ਜ਼ਿਆਦਾ ਬੈਨੀਫਿਟ ਦੇਵੇਗਾ। ਹੁਣ ਜਦੋਂ ਇੰਟਰਨੈਟ ਦੀ ਸਥਾਪਨਾ ਹੋਈ ਨਾ, ਜਦੋਂ ਇੰਟਰਨੈਟ ਆਇਆ, ਸੋਸ਼ਲ ਐਪਸ ਆਈਆਂ, ਸੋਸ਼ਲ ਮੀਡੀਆ ਐਪਸ ਆਈਆਂ, ਆਪਾਂ ਨੂੰ ਲੱਗਿਆ ਕਿ ਯਾਰ ਹੁਣ ਨਾ ਲੋਕਾਂ ਕੋਲ ਬਹੁਤ ਜ਼ਿਆਦਾ ਫਰੀਡਮ ਹੈ, ਜੋ ਵੀ ਲੋਕੀ ਚਾਹਣਗੇ ਉਹ ਬੋਲ ਸਕਦੇ ਨੇ ਸਰਕਾਰ ਦੇ ਵਿਰੁੱਧ। ਅਤੇ ਆਈ ਥਿੰਕ ਅਮਰੀਕਾ ਦੇ ਵਿੱਚ ਲੋਕ ਬੋਲਦੇ ਨੇ, ਇੰਡੀਆ ਦੇ ਵਿੱਚ ਵੀ ਲੋਕ ਬੋਲਦੇ ਨੇ, ਬਟ ਚਾਈਨਾ ਨੇ ਇਸ ਹਿਸਾਬ ਨਾਲ ਕੰਟਰੋਲ ਕੀਤਾ ਹੋਇਆ ਕਿ ਕੋਈ ਵੀ ਬੰਦਾ, ਤਗੜੇ ਤੋਂ ਤਗੜਾ ਬੰਦਾ ਵੀ ਬੋਲ ਨਹੀਂ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਇਹ ਚੰਗੀ ਚੀਜ਼ ਹੈ ਜਾਂ ਮਾੜੀ ਚੀਜ਼ ਹੈ। ਹੁਣ ਦੇਖੋ ਇੰਡੀਆ ਦੇ ਵਿੱਚ ਵੱਡੇ ਬਿਜ਼ਨਸਮੈਨ ਡਿਸਾਈਡ ਕਰਦੇ ਨੇ ਕਿ ਕਿਹੜਾ ਬੰਦਾ ਸਾਹਮਣੇ ਆਏਗਾ, ਕੌਣ ਹੋਏਗਾ ਲੀਡਰ। ਅਡਾਨੀ ਅੰਬਾਨੀ ਇਹਨਾਂ ਨੇ ਡਿਸਾਈਡ ਕੀਤਾ ਕਿ ਮੋਦੀ ਨੂੰ ਬਣਾਉਣਾ ਅਤੇ ਉਹਨਾਂ ਨੇ ਮੋਦੀ ਨੂੰ ਬਣਾਇਆ। ਆਈ ਥਿੰਕ ਅਮਰੀਕਾ ਦੇ ਵਿੱਚ ਵੀ ਇੱਦਾਂ ਹੀ ਹੈ, ਬਹੁਤ ਜ਼ਿਆਦਾ ਫੰਡਿੰਗ ਲਾ ਕੇ ਜੋ ਵੱਡੀਆਂ ਕੰਪਨੀਜ਼ ਨੇ ਇੱਕ ਲੀਡਰ ਨੂੰ ਚੁਣਦੀਆਂ ਨੇ ਕਿ ਆਹ ਹੋਏਗਾ ਸਾਡਾ ਲੀਡਰ। ਬਟ ਚਾਈਨਾ ਦੇ ਵਿੱਚ ਇੱਦਾਂ ਨਹੀਂ। ਚਾਈਨਾ ਕਹਿੰਦੀ ਹੈ ਹੁਣ ਚਲੋ ਸਰਕਾਰ ਨੂੰ ਤਾਂ ਤੁਸੀਂ ਕਦੇ ਨਹੀਂ ਹਟਾ ਸਕਦੇ, ਇੱਕ ਹੀ ਪਾਰਟੀ ਰਹੇਗੀ ਅਤੇ ਸਰਕਾਰ ਡਿਸਾਈਡ ਕਰਦੀ ਹੈ ਕਿ ਕੋਈ ਵੀ ਕੰਪਨੀ ਕਿੱਦਾਂ ਓਪਰੇਟ ਕਰੇਗੀ, ਕੋਈ ਵੀ ਟੈਕ ਕੰਪਨੀ ਕਿੱਦਾਂ ਓਪਰੇਟ ਕਰੇਗੀ। ਕਿਸੇ ਕੋ ਵੀ ਇੰਨੀ ਹਿੰਮਤ ਨਹੀਂ ਕਿ ਸਰਕਾਰ ਦੇ ਵਿਰੁੱਧ ਬੋਲੇ। ਹੁਣ ਇਹ ਦੋਵਾਂ ਮਾਡਲਾਂ ਦੇ ਵਿੱਚ ਨਾ ਥੋੜ੍ਹੇ ਫਾਇਦੇ ਵੀ ਨੇ, ਥੋੜ੍ਹੇ ਨੁਕਸਾਨ ਵੀ ਨੇ। ਜੇ ਇੰਡੀਆ ਵਾਲਾ ਮਾਡਲ ਦੇਖੀਏ ਕਿ ਇੱਕ ਬਿਜ਼ਨਸਮੈਨ ਡਿਸਾਈਡ ਕਰਦਾ ਪਿਆ ਕਿ ਕਿਹੜੇ ਬੰਦੇ ਨੂੰ ਮੈਂ ਅੱਗੇ ਲਿਆਉਣਾ, ਅਤੇ ਚਾਈਨਾ ਦੇ ਵਿੱਚ ਇਹ ਚੀਜ਼ ਨਹੀਂ, ਕੋਈ ਸਰਕਾਰ ਨੂੰ ਹਟਾ ਹੀ ਨਹੀਂ ਸਕਦਾ। ਸਰਕਾਰ ਆਪਣੀਆਂ ਨੀਤੀਆਂ ਆਪ ਡਿਸਾਈਡ ਕਰੇਗੀ, ਕੋਈ ਵੀ ਬੰਦਾ ਉਹਨੂੰ ਇਨਫਲੂਐਂਸ ਨਹੀਂ ਕਰ ਸਕਦਾ। ਅਤੇ ਜੇ ਉਹਨਾਂ ਦੇ ਵਿਰੁੱਧ ਕੋਈ ਬੋਲਦਾ, ਜਿੱਦਾਂ ਜੈਕ ਮਾ ਪਿੱਛੇ ਜੇ ਉਹ ਆਈ ਥਿੰਕ ਚਾਈਨਾ ਸਭ ਤੋਂ ਅਮੀਰ ਬੰਦਾ ਜੈਕ ਮਾ, ਉਹਨੇ ਕੁਛ ਨਾ ਕੁਛ ਬੋਲਿਆ ਆਈ ਥਿੰਕ ਚਾਈਨਾ ਦੇ ਵਿਰੁੱਧ, ਅਤੇ ਕੁਛ ਮਹੀਨਿਆਂ ਵਾਸਤੇ ਉਹ ਗਾਇਬ ਹੋ ਗਿਆ ਸੀ। ਅਤੇ ਜਦੋਂ ਵਾਪਸ ਵੀ ਆਇਆ ਕਹਿੰਦਾ ਨਹੀਂ, ਹੁਣ ਮੈਂ ਆਪਣੀ ਕੰਪਨੀ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ, ਕੋਈ ਹੋਰ ਦਾ ਧਿਆਨ ਰੱਖੇਗਾ ਅਤੇ ਮੇਰਾ ਜ਼ਿਆਦਾ ਧਿਆਨ ਹੋਏਗਾ ਚਾਈਨਾ ਦੇ ਸੋਸ਼ਲ ਇਸ਼ੂਜ਼ ਵੱਲ। ਅਤੇ ਉਹ ਤੋਂ ਵੀ ਆਪਾਂ ਦੇਖਦੇ ਹਾਂ ਕਿ ਕੋਈ ਭਾਵੇਂ ਅਮੀਰ ਤੋਂ ਅਮੀਰ ਬੰਦਾ ਵੀ ਚਾਹਵੇ ਗੌਰਮੈਂਟ ਦੇ ਵਿਰੁੱਧ ਨਹੀਂ ਬੋਲ ਸਕਦਾ। ਅਤੇ ਆਈ ਥਿੰਕ ਚਾਈਨਾ ਦੀ ਉਹ ਟੈਨਿਸ ਪਲੇਅਰ ਵੀ ਤੁਸੀਂ ਸੁਣੀ ਹੋਏਗੀ, ਉਹਨੇ ਕੁਛ ਨਾ ਕੁਛ ਬੋਲਿਆ, ਉਹ ਵੀ ਗਾਇਬ ਹੋਈ। ਅਤੇ ਜੋ ਮੇਨ ਹਥਿਆਰ ਹੈ, ਹੁਣ ਦੇਖੋ ਮਿਲਟਰੀ ਚਾਈਨਾ ਨੇ ਵੀ ਹਰੇਕ ਜਗ੍ਹਾ ਲਾਈ ਹੋਈ ਹੈ, ਬਟ ਕੋਈ ਵੀ ਨਹੀਂ ਚਾਹੁੰਦਾ ਕਿ ਮਿਲਟਰੀ ਕੌਨਫਲਿਕਟ ਹੋਵੇ, ਕੋਈ ਵੀ ਨਹੀਂ ਇੱਕ ਦੂਜੇ ਨਾਲ ਲੜਨਾ ਚਾਹੁੰਦਾ, ਕਿਉਂਕਿ ਹਰੇਕ ਬੰਦੇ ਕੋਲ ਹੁਣ ਨਿਊਕਲੀਅਰ ਵੈਪਨ ਕਹਿ ਲਈਏ। ਕਹਿੰਦੇ ਨੇ ਕਿ ਥਰਡ ਵਰਲਡ ਵਾਰ ਜਦੋਂ ਹੋਈ ਨਾ, ਅਤੇ ਉਹ ਆਈ ਥਿੰਕ ਦੁਨੀਆ ਦਾ ਅੰਤ ਹੋਏਗਾ, ਅਤੇ ਇਸ ਲਈ ਮਿਲਟਰੀ ਕੌਨਫਲਿਕਟ ਕੋਈ ਵੀ ਨਹੀਂ ਚਾਹੁੰਦਾ। ਬਟ ਚਾਈਨਾ ਨੇ ਇੱਕ ਵੱਖਰਾ ਤਰੀਕਾ ਲੱਭਿਆ ਦੂਜੀ ਕੰਟਰੀਜ਼ ਨੂੰ ਖ਼ਤਮ ਕਰਨ ਵਾਸਤੇ, ਉਹ ਟੈਕਨੋਲੋਜੀ ਦਾ ਤਰੀਕਾ। ਚਾਈਨਾ ਦੇ ਵਿੱਚ ਕੋਈ ਵੀ ਅਮਰੀਕਨ ਐਪ ਨਹੀਂ ਚੱਲਦੀ, ਗੂਗਲ ਨਹੀਂ ਚੱਲਦਾ, ਯੂਟਿਊਬ ਨਹੀਂ ਚੱਲਦਾ, ਫੇਸਬੁੱਕ ਨਹੀਂ ਚੱਲਦਾ। ਅਮਰੀਕਨ ਗੌਰਮੈਂਟ ਚਾਹੁੰਦਿਆਂ ਹੋਇਆਂ ਵੀ ਚਾਈਨਾ ਦੇ ਲੋਕਾਂ ਨੂੰ ਇਨਫਲੂਐਂਸ ਨਹੀਂ ਕਰ ਸਕਦੀ। ਬਟ ਚਾਈਨਾ ਦੀ ਐਪਸ ਹਰ ਜਗ੍ਹਾ ਚੱਲਦੀਆਂ ਨੇ। ਅਮਰੀਕਾ ਦੇ ਵਿੱਚ ਇੰਡੀਆ ਨੇ ਰੀਅਲਾਈਜ਼ ਕੀਤਾ, ਟਿਕਟੋਕ ਨੂੰ ਬੈਨ ਕੀਤਾ, ਬਟ ਹੁਣ ਵੀ ਬਹੁਤ ਜ਼ਿਆਦਾ ਐਪਸ ਨੇ ਜਿਨ੍ਹਾਂ 'ਤੇ ਆਈ ਥਿੰਕ ਇੰਡੀਆ ਨੂੰ ਬੈਨ ਲਾਉਣਾ ਚਾਹੀਦਾ, ਜੋ ਇੱਕ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਇਸ਼ੂ ਹੋ ਸਕਦਾ। ਫਿਰ ਜੋ ਟਿਕਟੋਕ ਮੇਨ ਐਪ ਜਿੱਤੇ ਮੈਂ ਬਹੁਤ ਜ਼ਿਆਦਾ ਕੌਨਸਨਟਰੇਟ ਕਰਦਾ ਕਿ ਕਿੰਨੀ ਈਵਲ ਐਪ ਹੈ, ਇਹ ਤੋਂ ਜਿੰਨੇ ਜ਼ਿਆਦਾ ਲੋਕ ਘੱਟ ਹੋਣਗੇ ਨਾ ਓਨਾ ਬੈਟਰ ਹੈ। ਚਾਈਨਾ ਨੇ ਅਮਰੀਕਾ ਨੂੰ ਅੰਦਰੋਂ ਡਿਵਾਈਡ ਕਰਨਾ ਸ਼ੁਰੂ ਕਰਤਾ ਥਰੂ ਟਿਕਟੋਕ, ਅਤੇ ਚਾਈਨਾ ਦਾ ਆਪਣਾ ਟਿਕਟੋਕ ਅਲੱਗ ਤਰੀਕੇ ਨਾਲ ਚੱਲਦਾ, ਜਿੱਥੇ ਬੱਚੇ ਟਿਕਟੋਕ ਨਹੀਂ ਚਲਾ ਸਕਦੇ। ਇੱਕ ਟਾਈਮ ਤੋਂ ਬਾਅਦ ਉਹਨਾਂ ਨੂੰ ਉਹ ਬੈਨ ਹੋ ਜਾਂਦੇ ਨੇ ਟਿਕਟੋਕ ਦੇ ਉੱਤੇ। ਅਤੇ ਟਿਕਟੋਕ 'ਤੇ ਜਿੱਦਾਂ ਦੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਨਾ, ਚਾਈਨਾ ਦੇ ਵਿੱਚ ਇਹ ਨਹੀਂ। ਚਾਈਨਾ ਦੇ ਵਿੱਚ ਉਹ ਸਾਇੰਸ ਸ਼ੋਅ ਬੱਚਿਆਂ ਨੂੰ ਦਿਖਾਉਂਦੇ ਨੇ, ਜਾਂ ਚਾਈਨਾ ਦੇ ਵਿੱਚ ਉਹ ਦੇਸ਼ ਦੇ ਪ੍ਰਤੀ ਵੀਡੀਓਜ਼ ਦਿਖਾਉਂਦੇ ਨੇ ਕਿ ਦੇਸ਼ ਨੂੰ ਕਿੱਦਾਂ ਪਿਆਰ ਕਰਨਾ ਚਾਹੀਦਾ। ਅਤੇ ਜੇ ਮੈਂ ਮੈਨੂਫੈਕਚਰਿੰਗ ਦੀ ਗੱਲ ਕਰਾਂ, ਇਸ ਟਾਈਮ ਚਾਈਨਾ ਪੂਰੀ ਦੁਨੀਆ ਦੀ ਮੈਨੂਫੈਕਚਰਿੰਗ ਲਗਭਗ ਉੱਥੇ ਹੁੰਦੀ ਪਈ ਹੈ, ਅਤੇ ਬਹੁਤ ਜ਼ਿਆਦਾ ਸਸਤੀ ਹੁੰਦੀ ਪਈ ਹੈ। ਮੈਂ ਆਪਣੀ ਹੀ ਕੰਪਨੀ ਦੀ ਗੱਲ ਕਰਾਂ ਨਾ, ਇੱਥੇ ਬਹੁਤ ਚੀਜ਼ਾਂ ਅਸੀਂ ਪ੍ਰੋਡਿਊਸ ਕਰਦੇ ਹੁੰਦੇ ਸੀ, ਬਟ ਜਦੋਂ ਚਾਈਨਾ ਦੀ ਰੀਅਲਾਈਜੇਸ਼ਨ ਹੋਈ ਕਿ ਯਾਰ ਉੱਥੇ ਲੇਬਰ ਬਹੁਤ ਜ਼ਿਆਦਾ ਸਸਤੀ ਹੈ, ਅਤੇ ਬਹੁਤ ਚੀਜ਼ਾਂ ਹੌਲੀ ਹੌਲੀ ਉੱਥੋਂ ਮੰਗਾਉਣੀਆਂ ਸ਼ੁਰੂ ਕੀਤੀਆਂ। ਅਤੇ ਇਹ ਤੋਂ ਮੈਨੂੰ ਥੋੜ੍ਹਾ ਨਹੀਂ ਕਾਫੀ ਜ਼ਿਆਦਾ ਡਰ ਲੱਗਦਾ ਕਿ ਜਿੱਦਾਂ ਜਿਸ ਹਿਸਾਬ ਨਾਲ ਆਪਾਂ ਹੌਲੀ ਹੌਲੀ ਰਿਲਾਈ ਕਰਨਾ ਸ਼ੁਰੂ ਕਰ ਦਿੱਤਾ ਚਾਈਨਾ ਦੇ ਉੱਤੇ। ਇੱਕ ਨਾ ਮੈਂ ਸਟੋਰੀ ਸੁਣੀ ਸੀ ਸੌਤੇਲੀ ਮਾਂ ਦੀ, ਕਿ ਇੰਡੀਆ ਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਕੋਈ ਸੌਤੇਲੀ ਮਾਂ ਹੁੰਦੀ ਹੈ ਨਾ,
ਉਹਨੂੰ ਆਪਣੇ ਸੁਤੇਲੇ ਬੱਚੇ ਪਸੰਦ ਨਹੀਂ ਅਤੇ ਉਹਨਾਂ ਨਾਲ ਬੜਾ ਗੰਦਾ ਬਿਹੇਵੀਅਰ ਕਰਦੀ ਹੈ। ਅਤੇ ਇੱਦਾਂ ਹੀ ਕਿਸੇ ਫੈਮਿਲੀ ਦੇ ਵਿੱਚ ਇੱਕ ਸੁਤੇਲੀ ਮਾਂ ਆਈ ਅਤੇ ਉਹਦੇ ਸੁਤੇਲੇ ਬੱਚੇ ਵੀ ਸੀ। ਅਤੇ ਜਦੋਂ ਉਹਦੇ ਆਪਣੇ ਬੱਚੇ ਹੋਏ ਮਾਂ ਦੇ, ਅਤੇ ਉਹਨੇ ਨਾ ਆਪਣੇ ਬੱਚਿਆਂ ਨੂੰ ਬੜਾ ਰੂਡਲੀ ਉਹਨਾਂ ਨਾਲ ਪੇਸ਼ ਆਉਣਾ, ਬਟ ਸੁਤੇਲੇ ਬੱਚਿਆਂ ਨੂੰ ਹਰੇਕ ਚੀਜ਼ ਕਰਕੇ ਦੇਣੀ। ਅਤੇ ਇੱਦਾਂ ਨਹੀਂ ਸੀ ਲੱਗਦਾ ਕਿ ਉਹ ਸ਼ਾਇਦ ਉਹਨਾਂ ਨੂੰ ਨਫ਼ਰਤ ਕਰਦੀ ਆਪਣੇ ਸੁਤੇਲੇ ਬੱਚਿਆਂ ਨੂੰ। ਅਤੇ ਜਦੋਂ ਉਹਦੇ ਬੱਚੇ ਅਤੇ ਉਹ ਸੁਤੇਲੇ ਬੱਚੇ 25-26 ਸਾਲਾਂ ਦੇ ਹੋਏ ਅਤੇ ਉਹਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਚਲੋ ਜਾਓ ਜਾ ਕੇ ਕੰਮ ਲੱਭੋ, ਠੀਕ ਹੈ, ਹੁਣ ਟਾਈਮ ਆ ਗਿਆ ਤੁਹਾਡਾ ਕੰਮ ਲੱਭਣ ਦਾ। ਅਤੇ ਠੀਕ ਹੈ, ਉਹਦੇ ਬੱਚੇ ਆਪਣੇ ਤਿਆਰ ਸੀ ਕਿਉਂਕਿ ਸ਼ੁਰੂ ਤੋਂ ਹੀ ਮਾਂ ਨੇ ਕਾਫੀ ਉਹਨਾਂ ਨਾਲ ਰੂਡ ਬਿਹੇਵ ਕੀਤਾ, ਜਾਂ ਸ਼ੁਰੂ ਤੋਂ ਹੀ ਉਹਦੀ ਮਾਂ ਨੇ ਕਿਹਾ ਸੀ ਕਿ ਜਿਹੜਾ ਆਹ ਚੀਜ਼ ਨੂੰ ਇੱਦਾਂ ਕਰਨਾ, ਆਹ ਚੀਜ਼ ਨੂੰ ਇੱਦਾਂ ਕਰਨਾ, ਬੜੇ ਰੂਡਲੀ ਕਿਹਾ ਸੀ। ਅਤੇ ਉਹ ਬੱਚੇ ਤਿਆਰ ਸੀ ਆਪਣੀ ਦੁਨੀਆ ਦੇ ਵਿੱਚ ਬਾਹਰ ਜਾਣ ਵਾਸਤੇ। ਬਟ ਜੋ ਸੁਤੇਲੇ ਬੱਚੇ ਸੀ ਉਹਨੇ ਸ਼ੁਰੂ ਤੋਂ ਹੀ ਕੰਮ ਉਹਨਾਂ ਵਾਸਤੇ ਸਾਰੇ ਕੀਤੇ, ਠੀਕ ਹੈ। ਓਕੇ, ਕੱਪੜੇ ਚਾਹੀਦੇ ਨੇ, ਆਲੋ ਕੱਪੜੇ, ਠੀਕ ਹੈ। ਤੁਹਾਨੂੰ ਰੋਟੀ ਬਣਾ ਕੇ ਦੇਣੀ ਹੈ, ਚਲੋ ਆਲੋ ਰੋਟੀ, ਮਤਲਬ ਛੋਟੀਆਂ ਚੀਜ਼ਾਂ ਉਹਨਾਂ ਨੂੰ ਕਰਕੇ ਦਿੱਤੀਆਂ। ਅਤੇ ਜਦੋਂ ਉਹ ਵੀ 25 ਸਾਲਾਂ ਦੇ ਹੋਏ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਜਾ ਕੇ ਕੰਮ ਲੱਭੋ, ਬਟ ਉਹਨਾਂ ਕੋਲ ਹੁਣ ਕੋਈ ਸਕਿੱਲ ਨਹੀਂ, ਕੋਈ ਸ਼ੁਰੂ ਤੋਂ ਹੀ ਉਹਨਾਂ ਦੀ ਸੁਤੇਲੀ ਮਾਂ ਨੇ ਉਹਨਾਂ ਵਾਸਤੇ ਸਭ ਕੁਛ ਕੀਤਾ ਸੀ ਅਤੇ ਹੁਣ ਉਹ ਬਿਲਕੁਲ ਵਰਥਲੈਸ ਸੀ। ਮਤਲਬ ਐਨਾਲੋਜੀ ਮੈਂ ਇਸ ਲਈ ਦਿੱਤੀ, ਇਹਦਾ ਕੀ ਸਿੱਟਾ ਇਹ ਸਟੋਰੀ ਦਾ, ਕਿ ਚਾਈਨਾ ਵੀ ਮੈਂ ਕਦੀ ਇੱਦਾਂ ਹੀ ਦੇਖਦਾ ਵਾਂ ਇੱਕ ਸੁਤੇਲੀ ਮਾਂ ਵਾਂਗੂ, ਕਿ ਹੁਣ ਅਮਰੀਕਾ ਜਾਂ ਤਗੜੀ ਕੰਟਰੀ, ਜਿੰਨੀਆਂ ਵੀ ਤਗੜੀ ਕੰਟਰੀ ਨੇ ਨਾ, ਉਹ ਸਾਰੇ ਆਪਣੇ ਮੈਨੂਫੈਕਚਰਿੰਗ ਮੂਵ ਕਰਦੀਆਂ ਪਈਆਂ ਨੇ ਚਾਈਨਾ ਦੇ ਵਿੱਚ। ਕਿ ਓਕੇ, ਉੱਥੇ ਆਈ ਥਿੰਕ $3 ਪ੍ਰਤੀ ਘੰਟਾ ਅਮਰੀਕਾ ਦਾ ਡਾਲਰ ਹੈ ਉੱਥੋਂ ਦਾ ਰੇਟ, ਕਿ ਉੱਥੇ ਲੇਬਰ ਬਹੁਤ ਜ਼ਿਆਦਾ ਸਸਤੀ ਹੈ। ਅਤੇ ਮੈਂ ਫੀਲ ਕਰਦਾ ਕਿ ਚਾਈਨਾ ਦਾ ਇਹ ਲੌਂਗ ਟਰਮ ਪਲਾਨ ਹੈ ਕਿ ਦੇਖੋ ਹੁਣ 10-20 ਸਾਲ ਆਪਾਂ ਆਪਣੇ ਸਿਟੀਜ਼ਨਸ ਨੂੰ ਸਫਰ ਕਰਨ ਦਿੰਦੇ ਹਾਂ, ਜਿੰਨਾ ਚਿਰ ਸਾਰੀ ਮੈਨੂਫੈਕਚਰਿੰਗ ਚਾਈਨਾ ਦੇ ਵਿੱਚ ਮੂਵ ਨਹੀਂ ਹੁੰਦੀ। ਜਦੋਂ ਮੂਵ ਹੋ ਜਾਏਗੀ ਆਪਾਂ ਰੇਟ ਵਧਾ ਦੇਵਾਂਗੇ ਜਾਂ ਬਾਈਕਾਟ ਕਰ ਦੇਵਾਂਗੇ, ਠੀਕ ਹੈ। ਫਿਰ ਦੂਜੀ ਕੰਟਰੀਜ਼ ਵਾਸਤੇ ਆਪਣੀ ਕੰਟਰੀ ਦੇ ਵਿੱਚ ਮੈਨੂਫੈਕਚਰਿੰਗ ਸ਼ੁਰੂ ਕਰਨਾ ਬਹੁਤ ਜ਼ਿਆਦਾ ਟਫ ਹੋ ਜਾਏਗਾ। ਅਤੇ ਇਸ ਲਈ ਮੈਂ ਰੀਅਲਾਈਜ਼ ਕਰਦਾ ਕਿ ਚਾਈਨਾ ਜਾਣ ਬੁੱਝ ਕੇ ਆਪਣੀ ਲੇਬਰ ਇੰਨੀ ਸਸਤੀ ਇਹਨਾਂ ਨੇ ਕੀਤੀ ਹੋਈ ਹੈ। ਅਤੇ ਇਹ ਮੈਨੂਫੈਕਚਰਿੰਗ ਦੀ ਗੱਲ ਰਹੀ। ਫਿਰ ਜੋ ਚਾਈਨਾ ਬਹੁਤ ਹੀ ਕੰਟਰੀਜ਼ ਨੂੰ ਲੋਨ ਦਿੰਦੀ ਪਈ ਹੈ, ਆਈ ਥਿੰਕ ਪਾਕਿਸਤਾਨ ਵੀ ਉਹਨਾਂ 'ਚੋਂ ਹੈ, ਸ਼੍ਰੀਲੰਕਾ ਵੀ ਉਹਨਾਂ 'ਚੋਂ ਹੈ, ਇੰਨੇ ਤਗੜੇ ਲੋਨ ਦਿੰਦੀ ਪਈ ਹੈ ਕਿ ਉਹ ਵਾਪਸ ਨਾ ਕਰ ਪਾਉਣ। ਫਿਰ ਵਾਪਸ ਨਹੀਂ ਕਰ ਪਾਉਣਗੇ ਅਤੇ ਉਹ ਜੋ ਵੀ ਮੈਨੂਫੈਕਚਰਿੰਗ ਉਹਨਾਂ ਕੰਟਰੀਜ਼ ਦੇ ਵਿੱਚ ਕਰੇਗੀ, ਉਹ ਮੈਨੂਫੈਕਚਰਿੰਗ ਜਾਂ ਉਹ ਜਗ੍ਹਾ ਉਹਨਾਂ ਦੇ ਨਾਮ ਹੋ ਜਾਏਗੀ। ਅਤੇ ਸ਼ਾਇਦ ਕੰਟਰੀਜ਼ ਆਪਣੇ ਛੋਟੇ ਫਾਇਦੇ ਵਾਸਤੇ ਉਹ ਚੀਜ਼ਾਂ ਨਹੀਂ ਦੇਖਦੀ ਪਈ। ਅਤੇ ਕੋਵਿਡ ਤੋਂ ਬਾਅਦ ਥੋੜ੍ਹੀ ਜਿਹੀ ਰੀਅਲਾਈਜੇਸ਼ਨ ਹੋਈ ਕੰਟਰੀਜ਼ ਨੂੰ ਜਾਂ ਕੰਪਨੀਜ਼ ਨੂੰ ਕਿ ਆਪਾਂ ਕਿੰਨਾ ਚਾਈਨਾ ਦੇ ਉੱਤੇ ਰਿਲਾਈ ਕਰਦੇ ਪਏ ਹਾਂ, ਕਿ ਹਰੇਕ ਚੀਜ਼ ਹੀ ਚਾਈਨਾ ਦੇ ਵਿੱਚ ਆਉਂਦੀ ਪਈ ਹੈ। ਅਤੇ ਜਦੋਂ ਬਾਰਡਰ ਸ਼ਟ ਹੋਏ, ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੀ ਕੁਇਕ ਐਕਸੈਸ ਬਹੁਤ ਜ਼ਿਆਦਾ ਘੱਟ ਮਿਲਦੀ ਸੀ ਕਿਉਂਕਿ ਚਾਈਨਾ ਬੰਦ ਸੀ। ਅਗਰ ਚਾਈਨਾ ਬੰਦ ਸੀ ਅਤੇ ਹਰ ਚੀਜ਼ ਬੰਦ ਸੀ। ਅਤੇ ਇਹ ਇੱਕ ਵੇਕਅਪ ਕਾਲ ਸੀ। ਅਤੇ ਹੁਣ ਕੰਟੇਨਰਾਂ ਦਾ ਵੀ ਤੁਸੀਂ ਦੇਖੋ ਕਿ ਕੰਟੇਨਰ ਕਿੰਨੇ ਮਹਿੰਗੇ ਹੋ ਚੁੱਕੇ ਨੇ। ਆਈ ਥਿੰਕ 500% ਕੰਟੇਨਰਾਂ ਦੇ ਪ੍ਰਾਈਸਿਸ ਹਾਈ ਹੋ ਚੁੱਕੇ ਨੇ ਸਿਰਫ ਇੱਕ ਕੋਵਿਡ ਕਾਰਨ। ਅਤੇ ਇਹ ਆਈ ਥਿੰਕ ਕੰਟਰੀਜ਼ ਨੇ ਥੋੜ੍ਹਾ ਜਿਹਾ ਰੀਅਲਾਈਜ਼ ਕੀਤਾ, ਬਟ ਜ਼ਿਆਦਾ ਨਹੀਂ। ਬਟ ਜੋ ਟੈਕ ਕੰਪਨੀਜ਼ ਨੇ ਜੋ ਮੈਨੂਫੈਕਚਰਿੰਗ ਉੱਥੇ ਕਰਦੀਆਂ ਨੇ, ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਯਾਰ ਹਰੇਕ ਆਂਡੇ ਨੂੰ ਇੱਕ ਹੀ ਬਾਸਕਟ ਦੇ ਵਿੱਚ ਪਾ ਦੇਣਾ ਸ਼ਾਇਦ ਸਿਆਣਪ ਨਹੀਂ ਹੋਏਗੀ। ਅਤੇ ਹੌਲੀ ਹੌਲੀ ਆਪਣੇ ਮੈਨੂਫੈਕਚਰਿੰਗ ਪਲਾਂਟ ਚਾਈਨਾ ਤੋਂ ਬਾਹਰ ਲਾਉਂਦੇ ਪਏ ਨੇ, ਜਿਨ੍ਹਾਂ ਵਿੱਚੋਂ ਐਪਲ ਵੀ ਹੈ, ਜਿਨ੍ਹਾਂ ਨੇ ਰੀਅਲਾਈਜ਼ ਕੀਤਾ ਗਿਆ ਚਾਈਨਾ 'ਤੇ ਆਪਾਂ ਬਹੁਤ ਜ਼ਿਆਦਾ ਟਰਸਟ ਕਰਦੇ ਪਏ ਹਾਂ। ਇੰਨਾ ਟਰਸਟ ਕਰਨਾ ਸ਼ਾਇਦ ਵਾਜਬ ਨਹੀਂ। ਬਟ ਹੁਣ ਜੇ ਚਾਈਨਾ ਸੁਪਰ ਪਾਵਰ ਨਹੀਂ ਬਣਦੀ, ਸਮਝੋ ਮਤਲਬ ਚਾਈਨਾ ਰਹਿੰਦੀ ਹੈ 10-20 ਜਾਂ 30 ਸਾਲ, ਇਹਨਾਂ ਦੀ ਪਾਵਰ ਰਹਿੰਦੀ ਹੈ ਪੂਰੀ ਦੁਨੀਆ ਦੇ ਉੱਤੇ। ਬਟ ਇਹਨਾਂ ਦੀ ਪੋਪੂਲੇਸ਼ਨ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਲੋਕ ਇਹਨਾਂ ਦੇ ਬੁੱਢੇ ਹੋ ਜਾਣਗੇ, ਕਿਉਂਕਿ ਇਹਨਾਂ ਦੀ ਜੋ 1 ਚਾਈਲਡ ਪੋਲਿਸੀ ਸੀ ਨਾ, ਇਹ 2000 ਆਈ ਥਿੰਕ 40 ਜਾਂ 50 ਦੇ ਵਿੱਚ ਜੋ ਜ਼ਿਆਦਾਤਰ ਇਹਨਾਂ ਦੀ ਪੋਪੂਲੇਸ਼ਨ ਹੋਏਗੀ ਇੱਕ ਬੱਚੇ ਦੀ ਪੋਲਿਸੀ ਕਾਰਨ ਸਾਰੇ ਬੁੱਢੇ ਹੋਣਗੇ। ਅਤੇ ਉਸ ਤੋਂ ਬਾਅਦ ਕਿਹੜੀ ਕੰਟਰੀ ਹੈ ਜੋ ਇੱਕ ਤਗੜਾ ਐਮਪਾਇਰ ਬਣ ਸਕਦੀ ਹੈ? ਆਈ ਥਿੰਕ ਮੈਂ ਦੇਖਾਂ ਇੰਡੀਆ ਆਈ ਥਿੰਕ ਨੈਕਸਟ ਐਮਪਾਇਰ ਹੋ ਸਕਦੀ ਹੈ। ਕਦੀ ਨਾ ਮੈਂ ਦੋਸਤਾਂ ਨਾਲ ਗੱਲ ਵੀ ਕਰਦਾ ਵਾਂ ਨਿਊਜ਼ੀਲੈਂਡ ਦਾ ਪਾਸਪੋਰਟ, ਕਿ ਨਿਊਜ਼ੀਲੈਂਡ ਦਾ ਪਾਸਪੋਰਟ ਤੁਹਾਨੂੰ ਚਾਹੀਦਾ। ਹੁਣ ਇੰਡੀਆ ਦੀ ਦਿੱਕਤ ਹੈ ਕਿ ਡਿਊਲ ਸਿਟੀਜ਼ਨਸ਼ਿਪ ਨਹੀਂ ਕਰਦਾ, ਠੀਕ ਹੈ। ਅਗਰ ਮੈਂ ਇੰਡੀਆ ਦਾ ਸਿਟੀਜ਼ਨ ਹਾਂ ਨਾ, ਅਗਰ ਮੈਂ ਕਿਸੇ ਹੋਰ ਕੰਟਰੀ ਦਾ ਸਿਟੀਜ਼ਨ ਬਣਨਾ, ਮੈਨੂੰ ਸਿਟੀਜ਼ਨਸ਼ਿਪ ਗਿਵ ਅਪ ਕਰਨੀ ਪਏਗੀ। ਅਤੇ ਮੈਂ ਕਦੀ ਨਾ ਇਹੀ ਸੋਚ ਕੇ ਯਾਰ ਇੰਡੀਆ ਦੇ ਚਾਂਸਿਸ ਨੇ ਕਿ ਇੱਕ ਸੁਪਰ ਪਾਵਰ ਬਣੇਗੀ ਆਈ ਥਿੰਕ 2040 ਜਾਂ 2050 ਦੇ ਵਿੱਚ, ਅਤੇ ਮੈਂ ਆਪਣੀ ਸਿਟੀਜ਼ਨਸ਼ਿਪ ਗਿਵ ਅਪ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਫਰੈਂਡਸ ਨਾਲ ਕਦੀ ਡਿਬੇਟ ਵੀ ਕਰਦਾ, ਕਿਉਂਕਿ ਪੋਪੂਲੇਸ਼ਨ ਆਪਣੀ ਬਹੁਤ ਹੈ, ਬਹੁਤ ਜ਼ਿਆਦਾ ਯੰਗ ਲੋਕ ਨੇ ਆਪਣੇ ਕੋਲ।
आई थिंक जो एवरेज एज है अपने इंडिया की है 29 ईयर्स ओल्ड, तो जो बहुत ही ज़्यादा यंग है। तो मैं बहुत ज़्यादा ऑप्टिमिस्टिक हाँ, बट जो करंट सिचुएशन है इंडिया की वो नहीं मैनू पसंद, जो हुण चलदा पिया, जो गौरमेंट करती पई है, लोगों के आसे पासे ना एक वॉल क्रिएट करती पई है जो बीजेपी की गवर्नमेंट है। जिस हिसाब नाल पॉलिटिक्स हुंदी पई है, लोगों को डिवाइड करके, जो सोल टीचा है गौरमेंट का ये नहीं कि कंट्री नूं आपां किद्दां लैके जाना अगे, सोल टीचा है कि पावर दे विच आपां वापस किद्दां आईए। तो इंडिया का कल्चर इन्ना कॉम्पलैक्स है कि इंडियंस नूं डिवाइड करना बहुत ज़्यादा ईजी है, बहुत ज़्यादा। हुण जे मैं अपनी हिपोक्रेसी की गल करा ना, मैं बहुत तगड़ा हिपोक्रेट हुंदा कदे कदे। ਜਦੋਂ ਵੀ ਕਿਸੇ ਨੌਨ ਇੰਡੀਅਨ ਬੰਦੇ ਨਾਲ ਮੈਂ ਕਦੀ ਗੱਲ ਕਰਦਾ ਨਾ, ਜਾਂ ਨੌਨ ਪੰਜਾਬੀ ਬੰਦੇ ਨਾਲ ਗੱਲ ਕਰਦਾ, ਉਹ ਕਦੀ ਨਾ ਮੈਨੂੰ ਪੰਜਾਬ ਦਾ ਕੋਈ ਨਾ ਕੋਈ ਇਸ਼ੂ ਦੱਸਦੇ ਨੇ ਕਿ ਯਾਰ ਪੰਜਾਬੀਆਂ ਨੇ ਇੱਦਾਂ ਕੀਤਾ। ਤਾਂ ਮੈਂ ਪਤਾ ਜਵਾਬ ਕੀ ਹੁੰਦਾ ਮੇਰਾ ਕਿ ਹਾਂ ਯਾਰ ਪੰਜਾਬੀ ਇੱਕ ਤਰ੍ਹਾਂ ਦੇ ਨਹੀਂ ਹੁੰਦੇ, ਪੰਜਾਬੀ ਬੜੇ ਤਰ੍ਹਾਂ ਦੇ ਹੁੰਦੇ ਆ। ਮੈਂ ਵਾਂ ਸਿੱਖ ਪੰਜਾਬੀ, ਠੀਕ ਹੈ, ਅਤੇ ਸ਼ਾਇਦ ਅਸੀਂ ਇੱਦਾਂ ਦੀਆਂ ਹਰਕਤਾਂ ਬਹੁਤ ਘੱਟ ਕਰਦੇ ਹਾਂ। ਫਿਰ ਉਹਨਾਂ ਨੇ ਮੈਨੂੰ ਕਾਊਂਟਰ ਕੁਐਸਚਨ ਕਰਨਾ ਕਿ ਨਹੀਂ ਯਾਰ ਉਹ ਆਈ ਥਿੰਕ ਸਿੱਖ ਪੰਜਾਬੀ ਹੀ ਸੀ ਜਿਹਨੇ ਇੱਦਾਂ ਦੀ ਹਰਕਤ ਕੀਤੀ। ਫਿਰ ਉਹ ਤੋਂ ਅੱਗੇ ਬਾਅਦ ਮੇਰਾ ਬਹਾਨਾ ਹੁੰਦਾ ਹੈ ਕਿ ਯਾਰ ਅੱਗੇ ਨਾ ਕਾਸਟਾਂ ਵੀ ਹੁੰਦੀਆਂ, ਮੈਂ ਵਾਂ ਜੱਟ ਸਿੱਖ ਪੰਜਾਬੀ, ਠੀਕ ਹੈ, ਅਤੇ ਅਸੀਂ ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਘੱਟ ਕਰਦੇ ਹਾਂ। ਫਿਰ ਉਹ ਕਹਿੰਦੇ ਯਾਰ ਉਹ ਜੱਟ ਸਿੱਖ ਪੰਜਾਬੀ ਹੀ ਸੀ। ਫਿਰ ਅੱਗੇ ਮੇਰਾ ਜਵਾਬ ਹੁੰਦਾ ਕਿ ਯਾਰ ਉਹ ਡਿਪੈਂਡ ਕਰਦਾ ਕਿਹੜੇ ਏਰੀਏ 'ਚੋਂ ਹੈ, ਮਾਲਵੇ 'ਚੋਂ ਹੈ, ਮਾਝੇ 'ਚੋਂ ਹੈ, ਦੁਆਬੇ 'ਚੋਂ ਹੈ, ਇਹਦਾ ਵੀ ਫੈਕਟਰ ਹੋ ਸਕਦਾ। ਫਿਰ ਮੈਂ ਅੱਗੇ ਸ਼ਹਿਰ ਨਾਲ ਡਿਵਾਈਡ ਕਰ ਲੈਂਦਾ। ਮਤਲਬ ਆਪਣੀ ਪ੍ਰੋਬਲਮਸ ਤੋਂ ਆਪਾਂ ਬਹੁਤ ਜ਼ਿਆਦਾ ਭੱਜਦੇ ਹਾਂ। ਅਗਰ ਆਪਾਂ ਨੂੰ ਪੰਜਾਬੀ ਹੋਣ 'ਤੇ ਮਾਣ ਹੈ, ਆਪਾਂ ਅਗਰ ਗਿਣਦੇ ਹਾਂ ਕਿ ਯਾਰ ਪੰਜਾਬੀਆਂ ਨੇ ਇਹ ਚੀਜ਼ ਚੰਗੀ ਕੀਤੀ, ਆਪਾਂ ਨੂੰ ਜੋ ਪੰਜਾਬੀਆਂ ਦਾ ਬੈਗੇਜ ਹੈ ਉਹ ਵੀ ਨਾਲ ਲੈ ਕੇ ਤੁਰਨਾ ਪਏਗਾ। ਆਪਾਂ ਨੂੰ ਇਹ ਵੀ ਦੱਸਣਾ ਪਏਗਾ ਕਿ ਹਾਂ ਇਹ ਚੀਜ਼ ਅਸੀਂ ਮਾੜੀ ਵੀ ਕੀਤੀ। ਬਟ ਇਹ ਇੱਕ ਵੱਡੀ ਪ੍ਰੋਬਲਮ ਹੈ, ਜਿੱਦਾਂ ਲੋਕੀ ਡਿਵਾਈਡ ਵੀ ਹੁੰਦੇ ਨੇ, ਅਤੇ ਜਦੋਂ ਆਪਾਂ ਆਪਣੀ ਪ੍ਰੋਬਲਮਸ ਤੋਂ ਭੱਜਦੇ ਹਾਂ, ਆਪਾਂ ਪ੍ਰੋਬਲਮ ਦਾ ਸਲਿਊਸ਼ਨ ਨਹੀਂ ਕੱਢ ਪਾਉਂਦੇ। ਪੰਜਾਬ ਦੇ ਵਿੱਚ ਅਗਰ ਮੈਂ ਕਹਿੰਦਾ ਮੈਨੂੰ ਸਿੱਖ ਪੰਜਾਬੀ ਹੋਣ ਦੇ ਮਾਣ ਹੈ, ਤਾਂ ਮੈਨੂੰ ਇਹ ਵੀ ਕਹਿਣਾ ਪਏਗਾ ਕਿ ਜੋ ਗੁਰਦੁਆਰੇ ਨੇ ਜਾਂ ਜੋ ਰਿਲੀਜੀਅਸ ਲੋਕ ਨੇ ਬਹੁਤ ਜ਼ਿਆਦਾ ਸਿੱਖੀ ਨੂੰ ਡਿਵਾਈਡ ਕਰਦੇ ਪਏ ਨੇ, ਮੈਨੂੰ ਇਹ ਵੀ ਕਹਿਣਾ ਪਏਗਾ। ਅਗਰ ਪੰਜਾਬੀਆਂ ਦਾ ਮਿਊਜ਼ਿਕ ਬੜਾ ਵਧੀਆ, ਅਗਰ ਮੈਨੂੰ ਇਹ ਮੰਨਣਾ ਪਏਗਾ ਕਿ ਯਾਰ ਪੰਜਾਬੀ ਮਿਊਜ਼ਿਕ ਬੜਾ ਵਧੀਆ, ਬਹੁਤ ਜ਼ਿਆਦਾ ਪ੍ਰਚਲਿਤ ਹੈ, ਮੈਨੂੰ ਇਹ ਵੀ ਕਹਿਣਾ ਪਏਗਾ ਕਿ ਬਹੁਤ ਯੰਗਸਟਰਸ ਇਸ ਟਾਈਮ ਨਸ਼ੇ 'ਚ ਨੇ, ਠੀਕ ਹੈ। ਆਪਾਂ ਹਮੇਸ਼ਾ ਚੰਗੀ ਚੀਜ਼ ਨਹੀਂ ਲੈ ਸਕਦੇ, ਆਪਾਂ ਨੂੰ ਆਪਣਾ ਬੈਗੇਜ ਵੀ ਨਾਲ ਲੈ ਕੇ ਤੁਰਨਾ ਪਏਗਾ। ਅਤੇ ਇਹੀ ਇੱਕ ਪ੍ਰੋਬਲਮ ਹੈ ਆਪਣੇ ਇੰਡੀਅਨਸ ਦੀ, ਜਾਂ ਪੰਜਾਬੀਆਂ ਦੀ, ਜਾਂ ਇੰਡੀਅਨਸ ਦੀ, ਕਿ ਜੋ ਇਹ ਸਰਕਾਰ ਇਸ ਟਾਈਮ ਚੱਲਦੀ ਪਈ ਹੈ ਆਪਣੇ ਉੱਤੇ ਇਸ ਤਰੀਕੇ ਨਾਲ ਚੱਲਦੀ ਪਈ, ਉਹਨੂੰ ਪਤਾ ਹੈ ਇਹ ਇੰਡੀਅਨਸ ਨੂੰ ਆਪਾਂ ਕਿੱਦਾਂ ਡਿਵਾਈਡ ਕਰਨਾ, ਠੀਕ ਹੈ। ਹੁਣ ਜੇ ਬਾਹਰਲਾ ਮੁਸਲਿਮ ਹੈ, ਉਹ ਬਾਹਰਲਾ ਮੁਸਲਿਮ ਹੈ, ਉਹਨਾਂ ਦੇ ਵਿੱਚ ਕੋਈ ਕਾਸਟ ਨਹੀਂ, ਬਟ ਆਪਣੇ ਦੇਸ਼ ਵਾਲੇ ਮੁਸਲਿਮ ਦੇ ਵਿੱਚ ਕਾਸਟ ਆ ਜਾਂਦੀ ਹੈ, ਠੀਕ ਹੈ। ਬਾਹਰਲਾ ਧਰਮ ਹੈ, ਉੱਥੇ ਸਿਰਫ ਇਹ ਕ੍ਰਿਸਚਨ ਹੈ, ਇਹ ਮੁਸਲਿਮ ਹੈ, ਠੀਕ ਹੈ। ਆਪਣੇ ਅੰਦਰ ਇਹ ਸਿੱਖ ਹੈ, ਅੱਛਾ ਇਹ ਕਿਹੜਾ ਸਿੱਖ ਹੈ, ਇਹ ਜੱਟ ਸਿੱਖ ਹੈ, ਇਹ ਕਿਹੜਾ ਸਿੱਖ ਹੈ, ਮਜ਼੍ਹਬੀ ਸਿੱਖ ਹੈ, ਠੀਕ ਹੈ, ਇਹ ਕਿਹੜਾ ਸਿੱਖ ਹੈ, ਆਹ ਸਿੱਖ ਹੈ, ਉਹ ਸਿੱਖ ਹੈ। ਮਤਲਬ ਆਪਾਂ ਅੱਗੇ ਕੈਟੇਗਰੀਜ਼ ਬਣਾਈਆਂ ਹੋਈਆਂ ਆਪਣੇ ਆਪ ਨੂੰ ਡਿਵਾਈਡ ਕਰਨ ਵਾਸਤੇ, ਅਤੇ ਇਹੀ ਮੇਨ ਪ੍ਰੋਬਲਮ ਹੈ ਜਿਹਦੇ ਕਾਰਨ ਇਹ ਸਰਕਾਰ ਬਣੀ ਹੋਈ ਹੈ। ਬਟ ਜਦੋਂ ਇਹ ਸਰਕਾਰ ਨਿਕਲਦੀ ਹੈ, ਕਿਹੜੇ ਇਸ਼ੂਜ਼ ਹੋ ਸਕਦੇ ਨੇ ਜਿਨ੍ਹਾਂ ਨੂੰ ਆਪਾਂ ਰਿਜ਼ੋਲਵ ਕਰ ਸਕਦੇ ਹਾਂ, ਜਿਹਦੇ ਕਾਰਨ ਆਪਾਂ ਇੱਕ ਸੁਪਰ ਪਾਵਰ ਬਣੀਏ। ਆਈ ਥਿੰਕ ਲੋਕਾਂ ਨੂੰ ਐਜੂਕੇਟ ਕਰਨਾ ਇਹ ਇੱਕ ਮੇਨ, ਅਗਰ ਆਪਾਂ ਇਸ਼ੂ ਨੂੰ ਸੋਲਵ ਕਰੀਏ ਆਪਾਂ ਸੁਪਰ ਪਾਵਰ ਬਣ ਸਕਦੇ ਹਾਂ। ਦੂਜੀਆਂ ਕੰਟਰੀਜ਼ ਰੀਅਲਾਈਜ਼ ਕਰਦੀਆਂ ਪਈਆਂ ਨੇ ਕਿ ਚਾਈਨਾ ਤੋਂ ਬਾਅਦ ਇੰਡੀਆ ਹੀ ਇੱਕ ਵੱਡਾ ਮੈਨੂਫੈਕਚਰਿੰਗ ਕੰਟਰੀ ਹੋ ਸਕਦੀ, ਜਿੱਥੇ ਲੇਬਰ ਰੇਟ ਵੀ ਘੱਟ ਹੈ ਅਤੇ ਲੋਕ ਵੀ ਬਹੁਤ ਜ਼ਿਆਦਾ ਨੇ, ਲੇਬਰ ਵੀ ਬਹੁਤ ਜ਼ਿਆਦਾ ਅਵੇਲੇਬਲ ਹੈ। ਬਟ ਉਹ ਲੇਬਰ ਨੂੰ ਆਪਾਂ ਅਗਰ ਐਜੂਕੇਟ ਕਰਾਂਗੇ, ਫਿਰ ਹੀ ਲੋਕ ਇੱਥੇ ਇਨਵੈਸਟ ਕਰਨਗੇ ਜਾਂ ਇੰਡੀਆ ਦੇ ਵਿੱਚ ਆਉਣਗੇ, ਮੈਨੂਫੈਕਚਰਿੰਗ ਪਲਾਂਟ ਲਾਉਣਗੇ। ਅਤੇ ਉਹ ਆਪਾਂ ਕਿੱਦਾਂ ਕਰੀਏ, ਐਜੂਕੇਟ ਕਿੱਦਾਂ ਕਰੀਏ। ਹੁਣ ਆਪਾਂ ਸਰਕਾਰੀ ਸਕੂਲ ਦੇਖੇ ਹੀ ਨੇ, ਠੀਕ ਹੈ, ਆਪਾਂ ਕੌਲੀ ਚੁੱਕ ਕੇ ਜਾਂਦੇ ਹਾਂ, ਠੀਕ ਹੈ, ਸਿਰਫ ਦਲੀਆ ਖਾਣ ਜਾਂਦੇ ਹਾਂ, ਉੱਥੇ ਕੋਈ ਪੜ੍ਹਾਈ ਨਹੀਂ ਹੁੰਦੀ, ਠੀਕ ਹੈ। ਜੋ ਟੀਚਰ ਨੇ, ਆਪਾਂ ਚਲੋ ਸਰਕਾਰਾਂ ਨੂੰ ਤਾਂ ਆਪਾਂ ਇਲਜ਼ਾਮ ਲਾ ਹੀ ਦਿੰਦੇ ਹਾਂ, ਪਰ ਉੱਥੇ ਸਰਕਾਰੀ ਟੀਚਰ ਵੀ ਉਹ ਸਿਰਫ ਫੰਕਸ਼ਨ ਹੀ ਕਰਨ ਜਾਂਦੇ ਨੇ। ਬਹੁਤ ਘੱਟ ਸਰਕਾਰੀ ਟੀਚਰ ਹੋਣਗੇ ਜੋ ਐਕਚੁਅਲੀ ਤਵੱਜੋ ਦਿੰਦੇ ਨੇ ਕਿ ਆਪਣੇ ਸਟੂਡੈਂਟਸ ਨੂੰ ਪੜ੍ਹਾਉਣ, ਠੀਕ ਹੈ। ਜੋ ਗੈਪ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਜਾਂ ਸਰਕਾਰੀ ਸਕੂਲ ਦੇ ਵਿੱਚ, ਉਹ ਹੌਲੀ ਹੌਲੀ ਵੱਧਦਾ ਪਿਆ, ਇਹ ਗੈਪ ਨੂੰ ਆਪਾਂ ਘਟਾਉਣਾ। ਅਤੇ ਜਦੋਂ ਮੈਂ ਦਿੱਲੀ ਦੀ ਗੱਲ ਕਰਾਂ, ਆਈ ਥਿੰਕ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ
ਇੰਪਰੂਵਮੈਂਟ ਹੋਈ ਹੈ ਆਪ ਦੀ ਸਰਕਾਰ। ਹੁਣ ਚਲੋ ਮੈਂ ਆਪ ਨੂੰ ਪ੍ਰਮੋਟ ਨਹੀਂ ਕਰਦਾ ਪਿਆ, ਇੱਕ ਸਿਰਫ ਓਬਜ਼ਰਵੇਸ਼ਨ ਦੱਸਦਾ ਪਿਆ ਵਾਂ ਕਿ ਉੱਥੇ ਇਹ ਚੀਜ਼ ਨੂੰ ਬਹੁਤ ਜ਼ਿਆਦਾ ਘਟਾਇਆ ਗਿਆ। ਜੋ ਗੈਪ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਸਕੂਲਾਂ ਦੇ ਵਿੱਚ, ਹਰੇਕ ਬੱਚਾ ਇੱਕ ਹੀ ਕਲਾਸ 'ਚ ਬਹਿੰਦਾ, ਇੱਕ ਹੀ ਤਰ੍ਹਾਂ ਦੇ ਸਕੂਲ ਦੇ ਵਿੱਚ ਬਹਿੰਦਾ ਅਤੇ ਉਹ ਸੇਮ ਸਟੱਡੀ ਕਰਦੇ ਨੇ। ਹੁਣ ਮੈਂ ਵੀ ਲੱਕੀ ਰਿਹਾ ਕਿ ਮੈਂ ਕੇਂਦਰੀ ਵਿਦਿਆਲੇ ਸਕੂਲ ਪੜ੍ਹਿਆ ਵਾਂ। ਉਹ ਜਿਹੜੇ ਸਰਕਾਰੀ ਸਕੂਲ ਨੇ, ਜੋ ਛਾਉਣੀਆਂ ਵਾਲੇ ਸਰਕਾਰੀ ਸਕੂਲ ਨੇ, ਉਹਨਾਂ ਦਾ ਲੈਵਲ ਕੁਛ ਅਲੱਗ ਹੀ ਤਰ੍ਹਾਂ ਦਾ। ਬੱਚੇ ਪੜ੍ਹਦੇ ਵੀ ਨੇ, ਫੀਸ ਵੀ ਬਹੁਤ ਘੱਟ ਹੈ, ਠੀਕ ਹੈ। ਉਹ ਆਪਣੇ ਪਿੰਡਾਂ ਵਾਲੇ ਸਰਕਾਰੀ ਸਕੂਲ ਦੀ ਤਰ੍ਹਾਂ ਨਹੀਂ। ਅਤੇ ਆਈ ਥਿੰਕ ਅਗਰ ਆਪਾਂ ਪੰਚਾਇਤ ਦੇ ਲੈਵਲ ਤੋਂ ਹੀ ਗੱਲ ਕਰੀਏ, ਅਗਰ ਥੋੜ੍ਹੀ ਜਿਹੀ ਆਪਾਂ ਤਵੱਜੋ ਸਕੂਲਾਂ ਦੇ ਵਿੱਚ ਦੇਣ ਲੱਗੀਏ ਨਾ, ਅਤੇ ਆਈ ਥਿੰਕ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਏਗੀ। ਬੱਚੇ ਸ਼ੁਰੂ ਤੋਂ ਹੀ ਅਗਰ ਪੜ੍ਹਨ ਲਿਖਣਗੇ ਨਾ, ਅਤੇ ਇਹ ਜੋ ਮੈਨੂਫੈਕਚਰਿੰਗ ਸੈਟਅਪ ਹੋਏਗੀ ਇੰਡੀਆ ਦੇ ਵਿੱਚ, ਆਈ ਥਿੰਕ ਇਹਦੇ ਵਿੱਚ ਬਹੁਤ ਜ਼ਿਆਦਾ ਆਪਣੀ ਹੈਲਪ ਹੋ ਜਾਏਗੀ। ਅਤੇ ਹਰੇਕ ਸਰਕਾਰੀ ਡਿਪਾਰਟਮੈਂਟ ਦਾ ਡੋਟ ਨਾ ਕਿਤੇ ਜੁੜਿਆ ਹੋਇਆ, ਠੀਕ ਹੈ। ਆਪਾਂ ਸਿਰਫ ਇੱਕ ਸਰਕਾਰੀ ਡਿਪਾਰਟਮੈਂਟ ਨੂੰ ਆਪਾਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ। ਮੈਂ ਇੱਕ ਵਾਰੀ ਨਾ ਪੰਜਾਬ ਬੋਰਡ ਦੇ ਦਫ਼ਤਰ ਗਿਆ, ਉੱਥੋਂ ਦੀ ਬਿਲਡਿੰਗ ਨੂੰ ਨਾ ਫੰਗਸ ਲੱਗੀ ਹੋਈ ਸੀ। ਇਮੈਜਿਨ ਕਰੋ ਉਸ ਮਾਹੌਲ 'ਚ ਅਗਰ ਕੋਈ ਸਰਕਾਰੀ ਅਫਸਰ ਕੰਮ ਕਰਦਾ ਪਿਆ ਅਤੇ ਉਹਦਾ ਕਿੱਦਾਂ ਦਾ ਬਿਹੇਵੀਅਰ ਹੋਏਗਾ। ਅਤੇ ਉਹ ਦਫ਼ਤਰ ਦੇ ਵਿੱਚ ਜਦੋਂ ਮੈਂ ਗਿਆ ਨਾ, ਅਤੇ ਉਹ ਲੇਡੀ ਨੇ ਮੇਰੇ ਨਾਲ ਬਹੁਤ ਹੀ, ਆਪਣੇ ਦੋਸਤ ਨਾਲ ਗਿਆ ਸੀ, ਬੜਾ ਹੀ ਭੈੜਾ ਵਰਤਾਵ ਜਦੋਂ ਕਹੀਏ, ਉਹ ਲੱਗਦਾ ਨਹੀਂ ਸੀ ਪਿਆ ਮੇਰੇ ਸਾਹਮਣੇ ਕੋਈ ਅਫਸਰ ਬੈਠਾ ਹੈ। ਉਹ ਖਿਝੀ ਹੋਈ ਲੇਡੀ, ਠੀਕ ਹੈ। ਅਤੇ ਆਈ ਥਿੰਕ ਫੰਗਸ ਉਹਦੇ ਦਫ਼ਤਰ 'ਚ ਲੱਗੀ ਹੋਈ। ਅਤੇ ਅਗਰ ਉਹੋ ਹੀ ਬੰਦਾ ਕਿਸੇ ਸਰਕਾਰੀ ਟੀਚਰ ਨੂੰ ਸੋਚੋ ਉਹਦੀ ਅਗਵਾਈ ਕਰਦਾ ਪਿਆ ਜਾਂ ਉਹਨੂੰ ਐਡਰੈਸ ਕਰਦਾ ਪਿਆ। ਲੋਕਾਂ ਨੂੰ ਜਦੋਂ ਕੋਈ ਬੌਸ ਨਹੀਂ ਨਾ ਮਿਲਦਾ, ਸਭ ਤੋਂ ਮਿਜ਼ਰੇਬਲ ਲੋਕ ਉਦੋਂ ਹੁੰਦੇ ਨੇ। ਜਿੰਨਾ ਚਿਰ ਤੁਹਾਡੇ ਸਿਰ 'ਤੇ ਬੌਸ ਹੈ ਨਾ, ਤੁਹਾਨੂੰ ਕੋਈ ਦੱਸਣ ਵਾਲਾ ਕਿ ਕੰਮ ਕੀ ਕਰਨਾ, ਤੁਸੀਂ ਕੰਮ ਕਰੋਗੇ। ਬਟ ਜਦੋਂ ਤੁਹਾਡਾ ਕੋਈ ਬੌਸ ਨਹੀਂ ਕੰਮ ਕਰਦਾ ਪਿਆ ਨਾ, ਤੁਸੀਂ ਕਦੇ ਵੀ ਕੰਮ ਨਹੀਂ ਕਰ ਸਕਦੇ। ਅਤੇ ਇਸ ਲਈ ਸਰਕਾਰੀ ਡਿਪਾਰਟਮੈਂਟ ਦੇ ਡੋਟਸ ਜੁੜੇ ਹੋਏ ਨੇ, ਠੀਕ ਹੈ। ਆਪਾਂ ਇੱਕ ਹੀ ਡਿਪਾਰਟਮੈਂਟ ਨੂੰ ਬਲੇਮ ਨਹੀਂ ਕਰ ਸਕਦੇ, ਆਪਾਂ ਨੂੰ ਸਾਰੇ ਹੀ ਡੋਟਸ ਕਨੈਕਟ ਕਰਨੇ ਪੈਣਗੇ। ਅਤੇ ਉਹਦੀ ਸ਼ੁਰੂਆਤ ਹੋਏਗੀ ਚੂਜ਼ਿੰਗ ਅ ਗੁੱਡ ਲੀਡਰ, ਠੀਕ ਹੈ। ਮੈਂ ਫਿਰ ਉਹੀ ਵਾਪਸ ਚੀਜ਼ 'ਤੇ ਆ ਜਾਂਦਾ ਵਾਂ ਕਿ ਆਪਾਂ ਨੂੰ ਲੀਡਰ ਚੁਣਨਾ ਬਹੁਤ ਜ਼ਿਆਦਾ ਆਪਣੇ ਲਈ ਮੈਟਰ ਕਰਦਾ, ਅਤੇ ਵਧੀਆ ਲੀਡਰ ਖਾਸ ਕਰ ਚੁਣਨਾ, ਠੀਕ ਹੈ। ਹੁਣ ਆਈ ਹੋਪ ਕਿ ਇਹ ਵੋਟਾਂ ਦੇ ਵਿੱਚ ਇੱਕ ਵਧੀਆ ਲੀਡਰ ਹੈ। ਮੈਂ ਕਿਸੇ ਨੂੰ ਵੀ ਪ੍ਰਮੋਟ ਨਹੀਂ ਕਰ ਸਕਦਾ, ਰਾਈਟ। ਅਤੇ ਮੈਨੂੰ ਨਹੀਂ ਲੱਗਦਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਇਹ ਡਿਪੈਂਡ ਕਰਦਾ ਉਹ ਕਿੱਦਾਂ ਦੇ ਕੰਮ ਕਰਦੇ ਨੇ। ਅਤੇ ਜਿੰਨੇ ਵੀ ਲੀਡਰ ਨੂੰ ਜਿਹਨੂੰ ਵੀ ਵੋਟ ਤੁਸੀਂ ਕਰੋਗੇ, ਉਹਦੀ ਪਿਛੋਕੜ, ਉਹਦੀ ਹਿਸਟਰੀ ਜ਼ਰੂਰ ਪੜ੍ਹਿਓ। ਇੰਟਰਨੈਟ 'ਤੇ ਹਰੇਕ ਚੀਜ਼ ਅਵੇਲੇਬਲ ਹੈ, ਦੇਖੋ ਉਹਨੇ ਕਿੱਦਾਂ ਦੇ ਕੰਮ ਕੀਤੇ ਹੋਏ ਨੇ, ਕਿੱਦਾਂ ਦੇ ਕੰਮ ਨਹੀਂ ਕੀਤੇ ਪਏ। ਅਤੇ ਜੋ ਮੈਂ ਮੇਨ ਮੁੱਦੇ 'ਤੇ ਹੁਣ ਰਹਾਂ ਕਿ ਇੰਡੀਆ ਦੇ ਪ੍ਰਤੀ ਮੈਂ ਬਹੁਤ ਹੀ ਓਪਟੀਮਿਸਟਿਕ ਹਾਂ ਕਿ ਸ਼ਾਇਦ ਫਿਊਚਰ ਦੇ ਵਿੱਚ ਆਪਾਂ ਵਧੀਆ ਕੰਮ ਕਰਾਂਗੇ। ਬਟ ਆਪਾਂ ਨੂੰ ਜੋ ਇਸ ਟਾਈਮ ਜੋ ਸਰਕਾਰ ਚੱਲਦੀ ਪਈ ਹੈ, ਜੋ ਡਿਵੀਜ਼ਨ ਦੀ ਸਰਕਾਰ ਚੱਲਦੀ ਪਈ ਹੈ, ਡਿਵੀਜ਼ਨ ਦੀ ਪੋਲੀਟਿਕਸ ਚੱਲਦੀ ਪਈ ਹੈ, ਆਪਾਂ ਨੂੰ ਆਪਣੇ ਤੋਂ ਹੀ ਸ਼ੁਰੂ ਕਰਨਾ। ਜਿੱਦਾਂ ਮੈਂ ਆਪਣੇ ਹਿਪੋਕਰੇਸੀ ਵਾਲਾ ਐਗਜ਼ਾਮਪਲ ਦਿੱਤਾ ਨਾ, ਆਪਾਂ ਸਿਰਫ ਆਪਣੀ ਕੌਮ ਦੇ ਫਾਇਦੇ ਨਾ ਗਿਣਾਈਏ, ਆਪਾਂ ਆਪਣੀ ਕੌਮ ਦੇ ਬੈਗੇਜ ਨੂੰ ਵੀ ਨਾਲ ਲੈ ਕੇ ਚੱਲੀਏ ਨਾ, ਉਦੋਂ ਇਹ ਡਿਵੀਜ਼ਨ ਨੂੰ ਆਪਾਂ ਕਿਤੇ ਨਾ ਕਿਤੇ ਘੱਟ ਕਰ ਸਕਦੇ ਹਾਂ। ਇਹ ਸੀ ਅੱਜ ਦਾ ਐਪੀਸੋਡ, ਅਤੇ ਆਈ ਹੋਪ ਕਿ 2050-60 ਤੱਕ ਆਪਾਂ ਇੱਕ ਤਗੜੇ ਅੰਪਾਇਰ ਬਣੀਏ। ਇਹ ਮੇਰਾ ਓਪਟੀਮਿਜ਼ਮ ਹੈ। ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ 'ਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।